ਕਿਸੇ ਸੂਈਆਂ ਨੇ ਖਬਰ ਦਿੱਤੀ ਚੌਂਕੀ ਇੰਚਾਰਜ ਨੂੰ ਰੋਪੜ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਉਤਰੇ ਹੋਏ ਨੇ ਤਾਂ ਅੱਧੀ ਰਾਤ ਨੂੰ ਆ ਕੇ ਜਿਹੜਾ ਚੌਂਕੀ ਇੰਚਾਰਜ ਹਵੇਲੀ ਘੇਰ ਲੈਂਦਾ ਕੋਟਰਾ ਨਿਹੰਗ ਖਾਨ ਉਹ ਵੀ ਮੁਸਲਮਾਨ ਸੀ ਆਪਣੀ ਕੁਆਰੀ ਥੀ ਸਿਰਫ 16 ਸਾਲ ਦੀ ਮੁਮਤਾਜ਼ ਨੂੰ ਆਪਣੇ ਕਮਰੇ 'ਚ ਭੇਜ ਕੇ ਕੁੰਡਾ ਲਾ ਦਿੱਤਾ ਜਾਂਦਾ ਆਪਣੀ ਜਾਨ ਦੇ ਦੇਣਾ ਸੌਖਾ ਕੰਮ ਹੋ ਸਕਦਾ ਹੈ ਪਰ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਅ ਤੇ ਲਗਾ ਦੇਣਾ ਉਹ ਵੀ ਦੂਜੇ ਕਿਸੇ ਧਰਮ ਦੇ ਵਿਅਕਤੀ ਦੀ ਸੰਸਾਰ 'ਚ ਮੈਨੂੰ ਤੁਸੀਂ ਦੂਸਰੀ ਐਸੀ ਇੱਕ ਉਦਾਹਰਨ ਦਿਖਾ ਦਿਓ। ਚੌਂਕੀ ਇੰਚਾਰਜ ਪੁੱਛਦਾ ਵੀ ਦਰਜਾ ਕਿਉਂ ਬੰਦਾ ਹੈ ਤਾਂ ਉਹ ਕਹਿੰਦਾ ਤੁਸੀਂ ਧਿਆਨ ਨਾਲ ਸ਼ਬਦਾਂ ਪਰ ਗੌਰ ਕਰਿਓ ਕਿ ਇਸ ਕਮਰੇ 'ਚ ਮੇਰੇ ਧੀ ਜਵਾਈ ਸੁੱਤੇ ਨੇ ਕਿਹਾ ਕਿ ਵੀ ਖੋਲ ਕੇ ਦਿਖਾਵਾਂ ਆਵਾਜ਼ ਮਾਰਦਾ ਹੈ ਬੇਟਾ ਮਹਿਮਾਨ ਆਰਾਮ ਕਰ ਰਹੇ ਨੇ ਇਹ ਜਾਗ ਰਹੇ ਨੇ ਤਾਂ ਅੰਦਰੋਂ ਬੱਚੀ ਦੀ ਆਵਾਜ਼ ਆਉਂਦੀ ਹੈ ਵੀ ਅੱਬੂ ਜਾਨ ਆਰਾਮ ਕਰ ਰਹੇ ਨੇ ਉਹਨੂੰ ਹੋਰ ਯਕੀਨ ਹੋ ਗਿਆ ਚੌਂਕੀ ਇੰਚਾਰਜ ਵੀ ਲੜਕੀ ਅੰਦਰ ਗੁਰੂ ਸਾਹਿਬ ਸਰਸਾ ਨਦੀ ਤੋਂ ਚੱਲ ਕੇ 42 ਕਿਲੋਮੀਟਰ ਲਗਭਗ ਕਿੱਥੇ ਪਹੁੰਚਦੇ ਨੇ ਕੋਟਲਾ ਨਿਹੰਗਾ ਰਸਤੇ 'ਚ ਕਿੰਨੇ ਹਿੰਦੂ ਭਰਾਵਾਂ ਦੇ ਤੇ ਸਿੱਖ ਭਰਾਵਾਂ ਦੇ ਘਰ ਆਏ ਹੋਣਗੇ ਗੁਰੂ ਸਾਹਿਬ ਕਿਉਂ ਨਹੀਂ यानी कि ऐसी भीड़ समय कितने रुका जाता है जिहदे पर जान तो ज्यादा भरोसा होवे आम दोस्त को नहीं जिहदे पर जान तो ज्यादा भरोसा हो जिन्ने भी गुरु साहब दे रस्ते च पड़ाव पैंदे ने हजूर साहब नंदेड़ तक सारे मुसलमान के घर क्यों पाए रहे हैं गुरु साहब अपने हत्थी हुक्मनामा बख्शिया होया है नबी खान ते गनी खान मैंने पुत्रां नूं पता किवें कर रहे हैं तुसीं जिहड़ा कल्पना करो जदों हुक्मनामे नूं नबी खान ते गनी खान अपने घर लैके जांदे ने तां उहदी नबी खान दी बेटी है 5-4 साल दी वो पुछदी है भी अब्बा जान तुहाडे हत्थ च की है कि जी ये हुक्मनामा बख्शिया गुरु साहब ने उन्होंने सानूं अपना पुत्र किहा ਤੇ ਕਹਿੰਦੇ ਜੇ ਤੁਸੀਂ ਪੁੱਤਰ ਹੋ ਮੈਂ ਪੁੱਤਰੀ ਹੋਈ ਨਾ ਉਹ ਬੱਚੀ ਫੜਦੀ ਹੈ ਨਬੀ ਖਾਂ ਤੋਂ ਤੇ ਉਹਨੂੰ ਚੁੰਮਦੀ ਹੈ ਅੱਖਾਂ ਨੂੰ ਲਾਉਂਦੀ ਤੇ ਘੁੰਮਦੀ ਹੈ ਗੋਲ ਕਹਿੰਦੀ ਹੈ ਮੈਂ ਪੋਤੀ ਮੈਂ ਆਬਦਾਰ ਮੋਤੀ ਮੈਂ ਪ੍ਰੀਤ ਸੰਗ ਪ੍ਰੋਤੀ ਮੈਂ ਜੋਤ ਸੰਗ ਜੋਤੀ ਮੈਂ ਪੋਤੀ ਇਹ ਵੀ ਤਾਂ ਮੁਸਲਮਾਨ ਨੇ। ਜਿਵੇਂ ਸਿੱਖਾਂ ਦਾ ਇੱਕ ਨਾਰਾ ਹੁੰਦਾ ਕਿ 84 ਨਾ ਹੀ ਭੁੱਲਣਯੋਗ ਹੈ ਤੇ ਨਾ ਹੀ ਬਖਸ਼ਣਯੋਗ ਪਰ ਉਸ ਤੋਂ ਪਹਿਲਾਂ ਜੇ ਮੁਗਲ ਇਤਿਹਾਸ ਦੀ ਗੱਲ ਕੀਤੀ ਜਾਵੇ ਉਸ ਵੇਲੇ ਭਾਵੇਂ ਬਾਬਰ ਸੀਗਾ ਭਾਵੇਂ ਜਹਾਂਗੀਰ ਸੀਗਾ ਉਸ ਤੋਂ ਬਾਅਦ ਤੱਕ ਦੇ ਜਿਹੜੇ ਵਜ਼ੀਰ ਰਹੇ ਉਹਨਾਂ ਨੇ ਸਿੱਖ ਕੌਮ ਦੇ ਲਈ ਹਿੰਦੂਆਂ ਦੇ ਲਈ ਕੀ ਕੀਤਾ। ਕਹਿੰਦੇ ਅਸਲ ਦੇ ਵਿੱਚ ਇਹ ਅਜਿਹੇ ਬਾਦਸ਼ਾਹ ਸੀਗੇ ਜਿਨ੍ਹਾਂ ਨੇ ਕੜੱਤਣ ਭਰੀ ਹਿੰਦੂਆਂ ਨੂੰ ਜਿਹੜਾ ਧੱਕੇ ਨਾਲ ਮੁਸਲਮਾਨ ਬਣਾਉਂਦੇ ਰਹੇ ਧੱਕੇ ਦੇ ਨਾਲ ਉਹਨਾਂ ਦਾ ਧਰਮ ਪਰਿਵਰਤਨ ਕਰਦੇ ਰਹੇ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਤੱਕ ਇਹਨਾਂ ਨੇ ਬੜਾ ਅਤਿਆਚਾਰ ਕੀਤਾ। ਪਰ ਜਦੋਂ ਇਹ ਅਤਿਆਚਾਰ ਦਾ ਹਿਸਾਬ ਕਿਤਾਬ ਮੰਗਣ ਦੀ ਗੱਲ ਹੁੰਦੀ ਹੈ ਕਹਿੰਦੇ ਅੱਜ ਵੀ ਜੇ ਸਿੱਖਾਂ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਲੱਖਾਂ ਕਰੋੜਾਂ ਲੋਕ ਸਜਦਾ ਕਰਦੇ ਨੇ ਪਰ ਜਿਹੜੇ ਇਹਨਾਂ ਮੁਗਲ ਬਾਦਸ਼ਾਹ ਸੀਗੇ ਇਹਨਾਂ ਨੇ ਅਤਿਆਚਾਰ ਕੀਤਾ ਇਹਨਾਂ ਦੀਆਂ ਕਬਰਾਂ ਦੇ ਉੱਤੇ ਕੌਣ ਸਜਦਾ ਕਰਦਾ। ਲੋਕ ਇਹ ਸਵਾਲ ਚੁੱਕਦੇ ਨੇ ਕਿ ਇਹਨਾਂ ਦੀਆਂ ਕਬਰਾਂ ਦੇ ਉੱਤੇ ਜਿਹੜੇ ਉਸ ਵੇਲੇ ਦੇ ਲੋਕ ਨੇ ਭਾਵੇਂ ਕਈ ਮੁਸਲਮਾਨ ਭਾਈਚਾਰੇ ਦੇ ਵਿੱਚ ਨੇ ਜਿਹੜੇ ਗੁਰੂ ਨਾਨਕ ਨੂੰ ਆਪਣਾ ਉੱਚ ਦਾ ਪੀਰ ਮੰਨਦੇ ਨੇ ਉਹ ਵੀ ਜਾ ਕੇ ਕਹਿੰਦੇ ਨਤਮਸਤਕ ਨਹੀਂ ਹੁੰਦੇ ਉਹ ਵੀ ਜਾ ਕੇ ਜੁੱਤੀਆਂ ਮਾਰਦੇ ਨੇ। ਬਹੁਤ ਸਾਰੀਆਂ ਚਰਚਾਵਾਂ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਤੋਂ ਲੈ ਕੇ ਕਿਉਂਕਿ ਛੋਟੀ ਉਮਰੇ ਉਹਨਾਂ ਨੂੰ ਸ਼ਹੀਦ ਕਰ ਦੇਣਾ ਤਸੀਹੇ ਦੇ ਕੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਸ਼ਹੀਦ ਕਰਾ ਦੇਣਾ ਇਹ ਬਹੁਤ ਸਾਰੀਆਂ ਚਰਚਾਵਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮਲੇਰਕੋਟਲਾ ਤੋਂ ਡਾਕਟਰ ਨਸੀਰ ਅਖਤਰ ਜੀ ਨੇ ਕਿਉਂਕਿ ਇਹਨਾਂ ਨੇ ਕਈ ਸਾਲ ਪਹਿਲਾਂ ਇੱਕ ਕਿਤਾਬ ਵੀ ਲਿਖੀ ਕਿਉਂਕਿ ਆਪਣੀ ਜਿਹੜੀ ਸੋਝੀ ਦੇ ਵਿੱਚੋਂ ਕਈ ਚੀਜ਼ਾਂ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਲਾਹੌਰ ਤੱਕ ਦੀਆਂ ਜਿਹੜੀਆਂ ਕਈ ਕਿਤਾਬਾਂ ਨੇ ਜਿਹੜੀਆਂ ਪੁਰਾਣੀਆਂ ਛਪੀਆਂ ਨੇ ਉਹਨਾਂ ਨੂੰ ਪੜ੍ਹ ਕੇ ਇਤਿਹਾਸ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ 'ਤੇ ਵੀ ਸਵਾਲ ਹੁੰਦੇ ਨੇ। ਗੱਲਬਾਤ ਕਰਾਂਗੇ ਸਾਡੇ ਨਾਲ ਨੇ ਆਜ਼ਾਦ ਟੀਵੀ ਦੇ ਨਾਲ ਇਹ ਅਹਿਮ ਇੰਟਰਵਿਊ ਹੋਏਗਾ ਤੇ ਮੈਂ ਚਾਹਾਂਗਾ ਕਿ ਵੀ ਡਾਕਟਰ ਸਾਹਿਬ ਉਹ ਗੱਲਾਂ ਦੇ ਸਾਰਿਆਂ ਦੇ ਜਵਾਬ ਦੇਣਗੇ। ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਚੈਨਲ ਦਾ ਨਾਮ ਆਜ਼ਾਦ ਟੀਵੀ ਦੀ ਪੂਰੀ ਟੀਮ ਦਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਚੈਨਲ ਦੇ ਰਾਹੀਂ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਆਪਣਾ ਪਹਿਲਾ ਇੰਟਰਵਿਊ ਆ ਮੈਂ ਪਹਿਲੇ ਇੰਟਰਵਿਊ ਦੇ ਵਿੱਚ ਵੀ ਜਿਵੇਂ ਸ਼ੁਰੂਆਤ ਕੀਤੀ ਹਾਲਾਂਕਿ ਤੁਹਾਨੂੰ ਥੋੜੀ ਜਿਹੀ ਲੱਗੀ ਹੋਣੀ ਕਿ ਵੀ ਇਹ ਕਿਹੜੀ ਗੱਲ ਕਰ ਰਿਹਾ ਕਿ ਕਬਰਾਂ ਦੇ ਉੱਤੇ ਜੁੱਤੀਆਂ ਮਾਰਨ ਦੀ ਗੱਲ ਆ ਗਈ ਕਿਉਂਕਿ ਜਿਹੜਾ ਇਤਿਹਾਸ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਆਹ ਦਿਨ ਆ ਗਏ ਆਹ ਦਿਨਾਂ ਦੇ ਵਿੱਚ ਕਹਿੰਦੇ ਜਦੋਂ ਲਾਲਾਂ ਦਾ ਮੂੰਹ ਅੱਖਾਂ ਸਾਹਮਣੇ ਆਉਂਦਾ ਹੈ ਮਾਂ ਦਾ ਅੱਖਾਂ ਸਾਹਮਣੇ ਮੂੰਹ ਆਉਂਦਾ ਕਹਿੰਦੇ ਖੂਨ ਖੌਲਦਾ। ਮੈਂ ਚਾਹੂੰਗਾ ਕਿ ਆਪਾਂ ਪੁਰਾਣੇ ਇਤਿਹਾਸ ਦੀ ਰਵਾਂਗੇ ਨਵੇਂ ਇਤਿਹਾਸ ਜੋ ਕਿ ਅੱਜ ਦਾ ਟਾਈਮ ਚੱਲ ਰਿਹਾ 2025 ਦੇ ਵਿੱਚ ਚੱਲ ਰਿਹਾ ਇਹਦੇ ਉੱਤੇ ਅਸੀਂ ਨਹੀਂ ਗੱਲ ਕਰਾਂਗੇ ਅਸੀਂ ਉਸੇ ਇਤਿਹਾਸ ਦੇ ਉੱਤੇ ਗੱਲ ਕਰਾਂਗੇ ਕਿ ਉਸ ਵੇਲੇ ਦੇ ਜਿਹੜੇ ਮੁਗਲ ਬਾਦਸ਼ਾਹ ਸੀਗੇ ਉਹਨਾਂ ਨੇ ਇੰਨਾ ਅਤਿਆਚਾਰ ਕਿਉਂ ਕੀਤਾ ਉਹਨਾਂ ਨੇ ਸੀ ਕਿਉਂ ਨਹੀਂ ਕੀਤੀ ਉਹਨਾਂ ਦੇ ਵਿੱਚ ਇੰਨੀ ਦਰਿੰਦਗੀ ਭਰੀ ਹੋਈ ਸੀਗੀ। ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਹ ਸੱਚੇ ਰੱਬ ਉਸ ਸੱਚੇ ਸਾਹਿਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ
ਲਾਰਡ ਗॉड ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਤੁਹਾਡਾ ਸਵਾਲ ਬੜਾ ਜਾਇਜ਼ ਵੀ ਹੈ ਔਰ ਢੁਕਵਾਂ ਵੀ ਹੈ। ਦੇਖੋ ਮੈਂ ਅਕਸਰ ਕਹਿਣਾ ਹੁੰਨਾ, ਇੱਕ ਹਾਕਮ ਲਈ ਪਹਿਲਾਂ ਉਸਦਾ ਹਕੂਮਤ ਹੁੰਦੀ ਹੈ, ਧਰਮ ਮਗਰੋਂ ਹੁੰਦਾ ਹੈ। ਬਲਕਿ ਹਾਕਮ ਤਾਂ ਆਪਣੀ ਹਕੂਮਤ ਦੇ ਫਾਇਦੇ ਲਈ ਧਰਮ ਨੂੰ ਇਸਤੇਮਾਲ ਕਰਦਾ ਹੈ, ਧਰਮ ਨੂੰ ਵਰਤਦਾ ਹੈ। ਅੱਜ ਵੀ ਵਰਤਿਆ ਜਾ ਰਿਹਾ ਹੈ। ਅੱਜ ਤਾਂ ਧਰਮ ਦੇ ਹੋਕੇ ਲਾ ਲਾ ਕੇ ਹਕੂਮਤਾਂ ਹਾਸਲ ਕੀਤੀਆਂ ਤੇ ਚਲਾਈਆਂ ਜਾ ਰਹੀਆਂ ਨੇ। ਇਸ ਲਈ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਅਤ ਨੂੰ ਦਾਗਦਾਰ ਨਹੀਂ ਹੋਣ ਦੇਣਾ ਚਾਹੀਦਾ, ਲੀਰੋਲੀ ਨਹੀਂ ਹੋਣ ਦੇਣਾ ਚਾਹੀਦਾ। ਪਹਿਲੀ ਗੱਲ ਇਹ ਹੈ। ਮਨੁੱਖੀ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮੇਂ-ਸਮੇਂ ਤੋਂ ਹੋਏ ਵਿਭਿੰਨ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼ ਤੇ ਨਜਾਇਜ਼ ਢੰਗ ਅਪਣਾਏ ਨੇ। ਦੇਖੋ 300 ਸਾਲ ਪਹਿਲਾਂ ਨਾ ਤੁਸੀਂ ਤੇ ਨਾ ਮੈਂ ਸੀ। ਸਾਡੇ ਕੋਲੇ ਇੱਕੋ ਇੱਕ ਮਾਧਿਅਮ ਹੈ ਜੋ ਸਾਡੇ ਕੋਲ ਘਟਨਾਵਾਂ ਪਹੁੰਚੀਆਂ ਨੇ, ਉਹ ਇਤਿਹਾਸ ਹੈ। ਹੁਣ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਜੋ ਸਾਡੇ ਕੋਲ ਇਤਿਹਾਸ ਪਹੁੰਚਿਆ ਉਹ 100% ਸੱਚਾਈ ਤੇ ਆਧਾਰਿਤ ਹੈ, ਜਾਂ ਇਤਿਹਾਸ ਦੀ ਕਿਹੜੀ ਗੱਲ ਸੱਚੀ ਤੇ ਕਿਹੜੀ ਮਨਘੜਤ ਹੈ। ਮੇਰੇ ਖਿਆਲ 'ਚ ਇੱਕ ਸਿੱਖ ਲਈ ਇਸ ਦਾ ਫੈਸਲਾ ਕਰਨ ਲਈ ਪਰ ਸਵਾਲ ਵੀ ਇੱਥੇ ਇਹ ਆ ਜਾਂਦਾ ਕਿ ਉਸ ਵੇਲੇ ਤੇ ਜਿਹੜੇ ਮੁਗਲ ਬਾਦਸ਼ਾਹ ਸੀਗੇ ਉਹਨਾਂ ਨੇ ਤਾਂ ਇਤਿਹਾਸ ਲਿਖਣ ਨਹੀਂ ਦਿੱਤਾ। ਉਹਨਾਂ ਨੇ ਤੇ ਆਪਣੀ ਜਿਹੜੀ ਮਨਮਾਨੀ ਕੀਤੀ, ਕਹਿੰਦੇ ਕਿ ਇਹ ਨਹੀਂ, ਇਹ ਲਿਖੋ, ਇਹ ਸਹੀ ਹੈ। ਨਹੀਂ, ਮੈਂ ਤਾਂ ਦੱਸਦਾ ਵੀ ਜਿਹੜਾ ਇਤਿਹਾਸਕਾਰ ਹੁੰਦੇ ਨੇ, ਮੈਂ ਪਹਿਲਾਂ ਦੱਸਿਆ, ਉਹ ਹਮੇਸ਼ਾ ਸਮੇਂ ਦੇ ਹਾਕਮ ਦੇ ਪ੍ਰਭਾਵ ਹੇਠ ਹੁੰਦੇ ਨੇ। ਅੱਜ ਵੀ ਸਾਡੇ ਸਾਹਮਣੇ ਇਤਿਹਾਸ ਤਿਆਰ ਕਰਵਾਇਆ ਜਾ ਰਿਹਾ ਉਸ ਹਿਸਾਬ 'ਚ। ਤੇ ਜੋ ਸਾਡੇ ਕੋਲ ਇਤਿਹਾਸ ਪਹੁੰਚਿਆ ਉਹਦੇ ਵਿੱਚ ਵਕਤ-ਵਕਤ ਤੇ ਹਾਕਮਾਂ ਨੇ ਆਪਣੇ ਮੁਤਾਬਕ ਇਤਿਹਾਸ ਨੂੰ ਚੇਂਜ ਕਰਾਇਆ ਜਾਂਦਾ ਰਿਹਾ। ਇਤਿਹਾਸ ਕੀ ਹੈ ਪਹਿਲਾਂ ਜਾਣਨ ਦੀ ਲੋੜ ਹੈ। ਇਤਿਹਾਸ ਦਾ ਮਤਲਬ ਹੈ ਬੀਤ ਚੁੱਕੀਆਂ ਘਟਨਾਵਾਂ ਦੀ ਜਾਣਕਾਰੀ ਹਾਸਲ ਕਰਨਾ, ਵਾਕਫੀ ਹਾਸਲ ਕਰਨਾ। ਹੁਣ ਜੇ ਇਤਿਹਾਸ ਸੱਚਾਈ ਤੇ ਆਧਾਰਿਤ ਹੈ ਤਾਂ ਇੱਕ ਚਾਨਣ ਮਨਾਰਾ ਹੈ। ਜੇ ਇਤਿਹਾਸ ਸੱਚਾਈ ਤੇ ਆਧਾਰਿਤ ਹੈ ਤਾਂ ਇੱਕ ਚਾਨਣ ਮਨਾਰਾ ਹੈ। ਬਿਲਕੁਲ। ਪਰ ਇਤਿਹਾਸ ਦਾ ਵਿਗੜਿਆ ਹੋਇਆ ਰੂਪ ਅਰਥਾਤ ਅਸ਼ੁੱਧ ਤੇ ਮਿਥਿਹਾਸਕ ਘਟਨਾਵਾਂ ਭਰਿਆ ਇਤਿਹਾਸ ਇੱਕ ਵਿਸਫੋਟਕ ਹੈ ਜਿਹਦੇ ਭਿਆਨਕ ਭਾਂਬੜ 'ਚ ਮਨੁੱਖਤਾ ਜਲ ਕੇ ਸੁਆਹ ਹੋ ਜਾਂਦੀ ਹੈ ਤੇ ਇਹ ਪੁੱਤਾਂ ਨੂੰ ਕੁਪੁੱਤ ਬਣਾਉਂਦਾ ਹੈ ਤੇ ਕੌਮਾਂ ਵਿੱਚ ਸੱਜਰੀਆਂ ਦੁਸ਼ਮਣੀਆਂ ਖੜੀਆਂ ਹੋਣ ਦਾ ਕਾਰਨ ਬਣ ਜਾਂਦਾ ਹੈ। ਠੀਕ ਹੈ ਨਹੀਂ? ਇਸ ਲਈ ਇਤਿਹਾਸ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੇ ਲਈ ਮੈਂ ਇਹ ਕਹਿਣਾ ਹੁਣ ਅਕਸਰ, ਮੈਂ ਦੂਸਰੇ ਬਾਰੇ ਨਹੀਂ ਗੱਲ ਕਰਦਾ, ਵੀ ਜਦੋਂ ਅਸੀਂ ਇਤਿਹਾਸ ਨੂੰ ਘੋਖੀਏ ਤਾਂ ਸਾਨੂੰ ਇੱਕ ਮੁਸਲਮਾਨ ਲਈ ਉਹਦੇ ਸਾਹਮਣੇ ਹੁਣ ਕਸਵੱਟੀ ਹੋਣੀ ਚਾਹੀਦੀ ਹੈ ਕੁਰਾਨ ਸ਼ਰੀਫ ਤੇ ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜੀਵਨੀ। ਜਿਹੜਾ ਇਤਿਹਾਸ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜੀਵਨੀ ਨਾਲ ਜਾਂ ਕੁਰਾਨ ਸ਼ਰੀਫ ਨਾਲ ਟਕਰਾਉਂਦਾ ਹੈ ਉਹ ਸਾਡੇ ਲਈ ਮੰਨਣਯੋਗ ਹੈ। ਇਤਿਹਾਸ ਦੀ ਜਿਹੜੀ ਘਟਨਾ ਮੇਲ ਨਹੀਂ ਖਾਂਦੀ ਜਾਂ ਉਹਦੇ ਉਲਟ ਹੈ ਤਾਂ ਸਾਡੇ ਮੰਨਣਯੋਗ ਨਹੀਂ, ਚਾਹੇ ਉਹਨੂੰ ਬਿਆਨ ਕਰਨ ਵਾਲੇ 100 ਮੌਲਵੀ ਨਹੀਂ 1000 ਮੌਲਵੀ ਹੋਵੇ, ਈਵਨ ਖਾਨੇ ਕਾਬੇ ਦਾ ਮੌਲਵੀ, ਚਾਹੇ ਸਾਰੇ ਹਾਕਮ ਹੋਣ। ਮੇਰੇ ਖਿਆਲ ਇਸੇ ਤਰ੍ਹਾਂ ਹੀ ਇੱਕ ਸੱਚੇ ਸਿੱਖ ਲਈ ਜਿਹੜੀ ਕਸਵੱਟੀ ਆ ਉਹ ਗੁਰਬਾਣੀ ਹੋਣੀ ਚਾਹੀਦੀ ਹੈ। ਜਿਹੜੀ ਇਤਿਹਾਸ ਦੀ ਘਟਨਾ ਗੁਰਬਾਣੀ ਨਾਲ ਮੇਲ ਖਾਂਦੀ ਹੈ ਜਾਂ ਗੁਰਬਾਣੀ ਦੀ ਕਸਵੱਟੀ ਤੇ ਖਰੀ ਉਤਰਦੀ ਹੈ ਉਹ ਮੰਨਣਯੋਗ ਹੋਣੀ ਚਾਹੀਦੀ ਹੈ। ਜਿਹੜੀ ਇਤਿਹਾਸ ਦੀ ਘਟਨਾ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ, ਗੁਰਬਾਣੀ ਦੀ ਕਸਵੱਟੀ ਤੇ ਖਰੀ ਨਹੀਂ ਉਤਰੀ ਜਾਂ ਗੁਰਬਾਣੀ ਦੇ ਉਲਟ ਹੈ, ਭਾਵੇਂ ਉਸ ਨੂੰ ਬਿਆਨ ਕਰਨ ਵਾਲੇ 100 ਸਿੱਖ ਇਤਿਹਾਸਕਾਰ ਹੋਣ, ਉਹ ਸਾਡੇ ਲਈ ਮੰਨਣਯੋਗ ਹੋਣੀ ਚਾਹੀਦੀ। ਕਿਉਂਕਿ ਇੱਕ ਸਿੱਖ ਲਈ, ਸੱਚੇ ਸਿੱਖ ਲਈ, ਗੁਰਸਿੱਖ ਲਈ ਹਰ ਹਾਲਤ 'ਚ ਗੁਰਬਾਣੀ ਅੱਗੇ ਸਿਰ ਨਿਭਾਉਣਾ ਜ਼ਰੂਰੀ ਹੈ। ਠੀਕ ਹੈ ਨਹੀਂ? ਇਹਦਾ ਇੱਕ ਅਜਿਹੀ ਗੱਲ ਹੈ ਜਿਹਦੇ ਲਈ ਕਿਸੇ ਪਰ ਇਹਦੇ 'ਚ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਿਹਾ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਿਆਜ਼ ਪੜ੍ਹਦੇ ਹੋ, ਉੱਥੇ ਤਾਂ ਕਦੇ ਕਿਸੇ ਮੁਸਲਮਾਨ ਨਾਲ ਧੱਕਾ ਨਹੀਂ ਹੋਇਆ, ਉੱਥੇ ਤਾਂ ਕਦੇ ਕਿਸੇ ਹਿੰਦੂ ਨਾਲ ਧੱਕਾ ਨਹੀਂ ਹੋਇਆ। ਪਰ ਜਿਹੜੇ ਮੁਗਲ ਬਾਦਸ਼ਾਹ ਸੀਗੇ ਉਹਨਾਂ ਨੇ ਕਿਉਂ ਧੱਕਾ ਕੀਤਾ? ਪਰ ਨੀਚੇ ਦੀ ਜਿਹੜੀ ਆਵਾਮ ਸੀਗੀ ਉਹਦੇ 'ਚ ਭਾਵੇਂ ਜਿਵੇਂ ਮੌਲਵੀ ਦੀ ਜ਼ਿਕਰ ਕੀਤਾ ਤੁਸੀਂ, ਕਾਜ਼ੀ ਸੀਗੇ, ਬਾਦਸ਼ਾਹ ਤੋਂ ਬਾਅਦ ਕਾਜ਼ੀ ਦਾ ਜ਼ਿਕਰ ਆਉਂਦਾ ਸੀਗਾ, ਉਹਨੇ ਸਾਰੀਆਂ ਚੀਜ਼ਾਂ ਫਰਮਾਨ ਜਾਰੀ ਕਰਨੇ ਹੁੰਦੇ ਸੀਗੇ, ਉਹਨਾਂ ਨੇ ਆਪਣੀਆਂ ਭੂਮਿਕਾ ਕਿਉਂ ਨਹੀਂ ਨਿਭਾਈਆਂ? ਕਾਜ਼ੀ ਦਾ ਜੱਜ ਦੇਖੋ, ਜਿਹੜੀ ਤੁਸੀਂ ਕਾਜ਼ੀ ਦੀ ਗੱਲ ਕਰੋਗੇ ਕਿਤੇ ਵੀ ਮੈਂ ਤੁਹਾਨੂੰ ਅੱਜ ਵੀ ਦੱਸਦਾ, ਅੱਜ ਸਾਡੇ ਸਾਹਮਣੇ ਅੱਜ ਇੰਨਾ ਸੈਕੂਲਰ ਹਕੂਮਤ ਹੈ, ਉਹ ਤਾਂ ਡਿਕਟੇਟਰ ਥੇ, ਜਿਹੜੇ ਹਾਕਮ ਹੁੰਦੇ ਡਿਕਟੇਟਰ ਹੁੰਦੇ, ਅੱਜ ਤਾਂ ਸੈਕੂਲਰ ਹੈ ਨਾ। ਅੱਜ ਵੀ ਚਲੋ ਅੱਜ ਦੇ ਸਮੇਂ ਨੂੰ ਵੀ ਡਿਕਟੇਟਰ ਦੇ ਨਾਲ ਜੁੜਿਆ ਜਾ ਰਿਹਾ, ਅਸੀਂ ਉਸ ਸਮੇਂ 'ਚ ਹੀ ਰਹੇ, ਉਸੇ ਕਾਲ 'ਚ ਰਹੇ। ਮੈਂ ਦੱਸਦਾ, ਮੈਂ ਉਹਦੇ ਕੁਛ ਚੀਜ਼ਾਂ ਹੁੰਦੀਆਂ ਦੱਸਣ ਵਾਲੀਆਂ, ਜਿਹੜੇ ਅੱਜ ਵੀ ਜੱਜ ਨੇ ਉਹਨਾਂ ਦੇ ਫੈਸਲੇ ਬਦਲੇ ਜਾ ਰਹੇ ਨੇ ਤੇ ਉਹ ਵੀ ਤਾਂ ਜੱਜ ਹੀ ਤਾਂ, ਕਾਜ਼ੀ ਮਤਲਬ ਜੱਜ ਤੇ ਕਾਜ਼ੀ ਜਾਂ ਜੱਜ ਉਹ ਅਥਾਰਟੀ ਨਹੀਂ ਹੁੰਦੇ, ਅਸਲ ਅਥਾਰਟੀ ਹੁੰਦੇ ਸੰਵਿਧਾਨ। ਡਾਕਟਰ ਨਸੀਰ ਅਖਤਰ ਨੇ, ਜੇ ਡਾਕਟਰ ਨਸੀਰ ਅਖਤਰ ਦੇ ਉੱਤੇ ਕੋਈ ਉਂਗਲ ਕਰਦਾ ਕਿ ਅਸੀਂ ਤੈਨੂੰ ਆਹ ਕਰ ਦਾਂਗੇ, ਕਿ ਡਾਕਟਰ ਨਸੀਰ ਅਖਤਰ ਬਦਲ ਜਾਏਗਾ? ਅੱਜ ਸਿੱਖਾਂ ਦੇ ਹੱਕ 'ਚ ਬੋਲ ਰਿਹਾ, ਕੱਲ ਨੂੰ ਸਿੱਖਾਂ ਦੇ ਹੱਕ ਦੇ ਖਿਲਾਫ ਬੋਲੇਗਾ? ਨਹੀਂ, ਸੱਚੀ ਦੇਖੋ, ਜਿਹੜਾ ਸੱਚਾ ਮੁਸਲਮਾਨ ਹੈ, ਜੇ ਦਬਾਅ ਹੋਇਆ, ਨਹੀਂ ਉਹ ਹਰ ਹਾਲਤ 'ਚ ਸੱਚ ਬੋਲੂਗਾ। ਜੇ ਉਹ ਦਬਾਅ 'ਚ ਬੋਲਦਾ ਤਾਂ ਸੱਚਾ ਮੁਸਲਮਾਨ ਨਹੀਂ ਹੈ। ਠੀਕ ਹੈ ਨਹੀਂ? ਕੁਰਾਨ ਇਹ ਕਹਿੰਦਾ ਹੈ ਵੀ ਤੁਸੀਂ ਹਰ ਹਾਲਤ 'ਚ ਇਨਸਾਫ ਦੀ ਗੱਲ ਕਰੋ। ਕੁਰਾਨ ਇਹ ਕਹਿੰਦਾ ਹੈ ਵੀ ਤੁਹਾਨੂੰ ਅਗਰ ਤੁਹਾਡੀ ਕਿਸੇ ਨਾਲ ਲੱਗਦੀ ਵੀ ਹੈ, ਦੁਸ਼ਮਣੀ ਵੀ ਹੈ,
ਤਾਂ ਤੁਹਾਨੂੰ ਇਨਸਾਫ ਤੋਂ ਨਾ ਰੋਕ ਦੇਵੇ। ਪਰ ਕੁਰਾਨ ਤਾਂ ਇਹ ਵੀ ਕਹਿੰਦੀ ਹੈ ਕਿ ਜ਼ੁਲਮ ਨਹੀਂ ਕਰਨਾ, ਪਰ ਜ਼ੁਲਮ ਉਸ ਨਹੀਂ ਵੇਲੇ ਕਰਨਾ। ਜ਼ੁਲਮ ਕੀਤਾ। ਔਰ ਇਸ ਜ਼ੁਲਮ ਨੂੰ ਕਿਹਾ ਗਿਆ ਜ਼ਾਲਮ ਨੂੰ ਬਹੁਤ ਬੜਾ ਪਾਪ ਦੱਸਿਆ ਗਿਆ, ਉਹਨੂੰ ਜਹੰਨਮ ਦਾ ਭਾਗੀ ਦੱਸਿਆ ਗਿਆ। ਜ਼ਾਲਮ ਦੀ ਜਿਹੜੀ ਸਜ਼ਾ ਹੈ ਉਹ ਇਸਲਾਮ 'ਚ ਜਿਹੜਾ ਸਭ ਤੋਂ ਬੜਾ ਪਾਪ ਹੈ ਉਹ ਹੈਗਾ ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਕਿਸੇ ਨੂੰ ਸ਼ਰੀਕ ਬਣਾਉਣਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਜ਼ੁਲਮ ਨੇ, ਜਿਹੜੇ ਸਭ ਤੋਂ ਵੱਡੇ ਪਾਪ ਨੇ, ਉਹਨਾਂ ਵਿੱਚੋਂ ਹੈ ਕਿਸੇ ਨਿਰਦੋਸ਼ ਦੀ ਹੱਤਿਆ ਕਰਨੀ, ਜ਼ੁਲਮ ਕਰਨਾ। ਤੇ ਇਸਲਾਮ ਤਾਂ ਕਹਿੰਦਾ ਹੁਣ ਜੇ ਮੈਂ ਪਹਿਰਾਵਾ ਬਣਾ ਕੇ ਮੁਸਲਮਾਨਾਂ ਦੇ ਘਰ ਜਨਮ ਲੈ ਕੇ ਮੁਸਲਮਾਨਾਂ ਦਾ ਨਾਮ ਰੱਖ ਕੇ ਭੇਖ ਬਣਾ ਕੇ ਇਸਲਾਮ ਦੇ ਉਲਟ ਕਰਦਾ ਤਾਂ ਮੈਂ ਬਹਿਰੂਪੀ ਹਾਂ, ਇੱਕ ਉਹਨੂੰ ਬਹਿਰੂਪੀਆ ਕਿਹਾ ਜਾ ਸਕਦਾ ਹੈ। ਦੇਖੋ ਸੱਚਾ ਤਾਂ ਉਹੀ ਹੈ, ਇਹਦਾ ਇੱਕ ਯੂਨੀਫਾਰਮ ਹੈ। ਪਰ ਜਿਹੜੇ ਚਲੋ ਵਜ਼ੀਰ ਸੀਗੇ, ਬਾਦਸ਼ਾਹ ਸੀਗੇ, ਉਹਨਾਂ ਨੇ ਆਪਣੀਆਂ ਭੂਮਿਕਾ ਨਿਭਾਈਆਂ, ਉਹਨਾਂ ਨੂੰ ਭੁੱਖ ਸੀਗੀ ਆਪਣੇ ਸ਼ਾਸਕ ਦੀ, ਆਪਣੀ ਕੁਰਸੀ ਦੀ। ਪਰ ਜਿਹੜੀ ਨੀਚੇ ਆਵਾਮ ਸੀਗੀ, ਕੀ ਲੱਗਦਾ ਕਿ ਜ਼ੁਲਮ ਦੇਖਣ ਵਾਲਾ ਵੀ ਉਹਨੇ ਹੀ ਵੱਡਾ ਹੁੰਦਾ ਕਿ ਉਹਨੇ ਜ਼ੁਲਮ ਦੇਖਿਆ ਤਾਂ ਸਹਿਣਾ ਵੀ। ਹਾਂ ਦੇਖੋ, ਜੇ ਅਗਰ ਇਸ ਤਰ੍ਹਾਂ ਦੀ ਕੋਈ ਟਕਰਾਅ ਵਾਲੀ ਗੱਲ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਫਕੀਰ ਅਜ਼ੀਜ਼ ਨੂੰ ਆਪਣਾ ਵਜ਼ੀਰ ਨਾ ਬਣਾਉਂਦੇ, ਹੋਮ ਮਿਨਿਸਟਰ ਬਣਾਉਂਦੇ। ਬਿਲਕੁਲ ਠੀਕ ਹੈ ਨਹੀਂ, ਉੱਥੇ ਗੱਲ ਧਰਮਾਂ ਦੀ ਨਹੀਂ ਸੀ, ਧਰਮਾਂ ਦੀ ਗੱਲ ਹੋ ਹੀ ਨਹੀਂ ਸਕਦੀ। ਦੇਖੋ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹੂੰਗਾ, ਸਿੱਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰਬਾਣੀ ਅੱਗੇ ਸਰੈਂਡਰ ਕਰਦਾ ਹੈ। ਬਿਲਕੁਲ। ਜੇ ਅਸੀਂ ਇਹ ਗੱਲ ਕਰਦੇ ਹਾਂ ਤਾਂ ਅਸੀਂ ਗੁਰਬਾਣੀ ਦੇ ਕਿੰਤੂ ਕਰਦੇ ਹਾਂ। ਪੰਜਵੀਂ ਪਾਤਸ਼ਾਹੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਉਸਾਰੀ ਸਿਰਜਣਾ ਕਰਦੇ ਨੇ ਤਾਂ 7 ਮੁਸਲਮਾਨਾਂ ਦੀ ਬਾਣੀ ਵੀ ਤਾਂ ਉੱਥੇ ਦਰਜ ਕਰਦੇ ਨੇ। ਕਿਆ ਗੁਰੂ ਸਾਹਿਬ ਜਾਣਦੇ ਨਹੀਂ ਥੇ? ਇਸ ਸਿੱਖ ਧਰਮ ਅਨੁਸਾਰ ਜਿਹੜੇ ਗੁਰੂ ਸਾਹਿਬਾਨ ਹੁੰਦੇ ਨੇ ਸਰਬਗਿਆਤਾ ਤੇ ਜਾਨੀ ਜਾਨ ਹੁੰਦੇ ਨੇ, ਯਾਨੀ ਕਿ ਆਉਣ ਵਾਲੀ ਗੱਲਾਂ ਨੂੰ ਜਾਣਦੇ ਹੁੰਦੇ ਨੇ। ਤੇ ਜਦ ਗੁਰੂ ਸਾਹਿਬ ਨੂੰ ਪਤਾ ਸੀ ਵੀ ਆਉਣ ਵਾਲੇ ਸਮਝ ਕੀ ਹੋਣਾ, ਜੇ ਉਹਨਾਂ ਨੂੰ ਇਹ ਸੀਗਾ ਵੀ ਇਸਲਾਮ ਔਰ ਮੁਸਲਮਾਨਾਂ ਨਾਲ ਨਹੀਂ ਹੋਣਾ ਤਦ ਉਹਨਾਂ ਨੇ ਦਰਜ ਕੀਤੀ। ਜੇ ਉਹ ਗੁਰੂ ਸਾਹਿਬ ਨੇ ਮਾਰੂ ਮਹੱਲਾ 5ਵਾਂ ਅੰਗ 1083 ਦੇ ਕਿਹਾ ਮੁਸਲਮਾਨ ਮੋਮ ਦੀ ਲੋਵੇ, ਮੁਸਲਮਾਨ ਦੀ ਵਿਆਖਿਆ ਕੀਤੀ ਹੈ। ਇਹ ਨਹੀਂ ਕਿ ਭਾਈ ਪਿੰਦਰਪਾਲ ਸਿੰਘ ਨੇ ਪਿੱਛੇ ਜੇ ਵਿਆਖਿਆ ਕੀਤੀ ਸੀ ਵੀ ਮੁਸਲਮਾਨ ਉਹ ਹੈ ਜਿਹੜਾ ਖੁਦ ਮੋਮਬੱਤੀ ਵਾਂਗੂ ਪੀਲ ਕੇ ਦੂਜਿਆਂ ਨੂੰ ਰੋਸ਼ਨੀ ਦੇਵੇ। ਜੋ ਨਹੀਂ ਕਰਦਾ ਫਿਰ ਤਾਂ ਮੁਸਲਮਾਨ ਹੀ ਨਹੀਂ ਹੈਗੇ। ਭੇਖ, ਮੈਂ ਕਿਹਾ ਭੇਖ ਦਾ ਨਾਮ ਨਹੀਂ ਹੈ ਇਸਲਾਮ। 7 ਮੁਸਲਮਾਨਾਂ ਦੀ ਬਾਣੀ ਦਰਜ ਕੀਤੀ, ਤੁਸੀਂ ਮੰਨਦੇ ਹੋ ਨਾ? ਅੱਜ ਵੀ ਹੈ ਉਹ। ਮੈਂ ਅਕਸਰ ਕਹਿੰਦਾ ਹੁੰਦਾ ਵੀ ਨੌਹਾਂ ਨਾਲ ਮਾਸ ਨਾਲ ਨੌਹਾਂ ਨੂੰ ਵੱਖ ਕੀਤਾ ਜਾ ਸਕਦਾ, ਹੁੰਦੇ ਨੇ, ਲੇਕਿਨ ਆਤਮਾ ਨੂੰ ਸਰੀਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ 7 ਮੁਸਲਮਾਨਾਂ ਦੀ ਬਾਣੀ ਵੱਖ ਨਹੀਂ ਕੀਤੀ ਜਾ ਸਕਦੀ। ਅਗਰ ਇਹ ਲੜਾਈ ਧਰਮ ਦੀ ਸੀ, ਅਗਰ ਇਹ ਲੜਾਈ ਕੌਮ ਦੀ ਹੁੰਦੀ ਤਾਂ ਗੁਰੂ ਸਾਹਿਬ ਕਦੇ ਵੀ 7 ਮੁਸਲਮਾਨਾਂ ਦੀ ਬਾਣੀ ਦਰਜ ਨਾ ਕਰਦੇ। ਇਤਿਹਾਸ ਨੂੰ ਝੂਠਾ ਕਰ ਸਕਦੇ। ਗੁਰੂ ਸਾਹਿਬ ਨੇ ਤਾਂ ਧਰਮ ਦੀ ਲੜਾਈ ਨਹੀਂ ਲੜੀ ਨਾ, ਧਰਮ ਦੀ ਲੜਾਈ ਸੀ ਹੋਣੀ, ਮਨੁੱਖਤਾ ਦੀ ਲਈ ਗੱਲ ਰੱਖੀ। ਹਾਂ ਮਨੁੱਖਤਾ ਦੀ ਲੜਾਈ, ਪਰ ਦੂਜੇ ਪਾਸੇ ਹਾਕਮ ਸੀ ਨਾ। ਮੈਂ ਦੱਸਿਆ ਵੀ ਹਾਕਮ ਦਾ ਪਹਿਲਾਂ ਸੀ ਹਾਕਮ ਦਾ ਧਰਮ, ਉਸਦਾ ਈਮਾਨ, ਉਸਦੀ ਕੌਮ, ਉਸਦੀ ਹਕੂਮਤ ਹੁੰਦੀ ਹੈ। ਉਹ ਤਖਤ ਹਾਸਲ ਕਰਨ ਲਈ ਆਪਣੇ ਪਿਤਾ ਨੂੰ ਵੀ ਕਤਲ ਕਰ ਸਕਦਾ, ਆਪਣੇ ਪੁੱਤਰ ਨੂੰ ਵੀ ਕਰ ਸਕਦਾ। ਜਿਵੇਂ ਮੈਂ ਦੱਸਿਆ ਪਹਿਲਾਂ, ਅਜਾਤ ਸ਼ਤਰੂ ਜਿਹੜਾ ਸੀਗਾ ਉਹਦਾ ਪਿਤਾ ਸੀ ਇੱਕੋ ਉਹ ਸੀਗਾ ਬੰਬੀਸਾਰ, ਮਗਧ ਦਾ ਰਾਜਾ ਸੀ, ਤੇ ਉਹਨੇ ਆਪਣੇ ਪਿਤਾ ਨੂੰ ਕਤਲ ਕਰਤਾ ਤਖਤ ਵਾਸਤੇ। ਇਸ ਤੋਂ ਨੇੜੇ ਕੀ ਹੋ ਸਕਦਾ? ਔਰੰਗਜ਼ੇਬ ਨੇ ਆਪਣੇ 3 ਭਰਾਵਾਂ ਨੂੰ ਕਤਲ ਕੀਤਾ ਤਖਤ ਹਾਸਲ ਕਰਨ ਲਈ, ਦਾਰਾਸ਼ਕੋ, ਮੁਰਾਦ ਤੇ ਸ਼ੁਜਾ। ਤੇ ਅਸ਼ੋਕਾ ਦਾ ਗ੍ਰੇਡ ਜਿਹਨੂੰ ਅਸੀਂ ਕਹਿੰਦੇ ਅਸ਼ੋਕਾ ਦਾ ਮਹਾਰਾਜਾ ਅਸ਼ੋਕ 99 ਭਰਾਵਾਂ ਦਾ ਕਤਲ ਕੀਤਾ ਤਖਤ ਹਾਸਲ ਕਰਨ ਲਈ। ਤੇ ਫਿਰ ਉਹਨੇ ਤੁਸੀਂ ਧਰਮ ਨਾਲ ਕਿਵੇਂ ਜੋੜੋਗੇ? ਨਹੀਂ ਜੋੜ ਸਕਦੇ ਨਾ। ਧਰਮ ਨੂੰ ਨਾਲ ਹਾਕਮ ਨੂੰ ਮੈਂ ਹਮੇਸ਼ਾ ਕਹਿੰਦਾ ਵੀ ਇੱਕ ਹਾਕਮ ਦੀ ਹਕੂਮਤ ਨੂੰ ਕਦੇ ਉਸਦੇ ਧਰਮ ਜਾਂ ਕੌਮ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਦੇਖੋ ਇਹਦਾ ਇਤਿਹਾਸ ਹੈ, ਇਤਿਹਾਸ ਬਹੁਤ ਸਾਰੀ ਗੜਬੜ ਹੋਈ ਹੈ। 47 ਤੋਂ ਬਾਅਦ ਮੈਂ ਅਕਸਰ ਕਹਿਣਾ ਹੁੰਦਾ ਜਿਹੜੇ ਅਕਸਰ ਜਿਹੜੇ ਹਾਕਮ ਨੇ ਲਗਭਗ ਸਾਰੇ ਹਾਕਮ ਸੀਐਮ ਹੋ ਗਏ ਚਾਹੇ ਹਾਕਮ ਹੋ ਉਸ ਵੇਲੇ ਹਾਕਮ ਉਹ ਸਿੱਖ ਕੌਮ ਨਾਲ ਸੰਬੰਧ ਸੱਜਣ ਬਣਦੇ ਆ ਰਹੇ ਨੇ। ਪਰ ਉਹਨਾਂ ਦੀ ਹਕੂਮਤ ਨੂੰ ਅਸੀਂ ਸਿੱਖੀ ਦੀ ਜਾਂ ਖਾਲਸੇ ਦੀ ਹਕੂਮਤ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਬਿਲਕੁਲ। ਪਰ ਮੈਂ ਤਾਂ ਕਹੂੰਗਾ ਵੀ ਕਿਹਾ ਜਾ ਸਕਦਾ ਕਿ ਉਹ ਸਿੱਖ ਥੇ। ਕਿੰਨੀ ਵਾਰੀ ਗੁਰੂ ਘਰਾਂ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ। ਉਹਨਾਂ ਮੁਜਰਮਾਂ ਨੂੰ ਹਾਲੇ ਤੱਕ ਸਜ਼ਾ ਦੇਣ ਤੋਂ ਦੂਰ ਦੀ ਗੱਲ, ਗ੍ਰਿਫਤਾਰ ਵੀ ਨਹੀਂ ਹੋਇਆ ਹੈਗਾ। ਸੂਬਾ ਸਿੱਖਾਂ ਦਾ, ਹਾਕਮ ਸਿੱਖ, ਐਡਮਿਨਿਸਟ੍ਰੇਸ਼ਨ ਸਿੱਖਾਂ ਦੀ, ਪੁਲਿਸ ਸਿੱਖਾਂ ਦੀ, ਕਿਆ ਇਹਨਾਂ ਗਤੀਵਿਧੀਆਂ ਨੂੰ ਅਸੀਂ ਸਿੱਖ ਕੌਮ ਦੇ ਸਿੱਖ ਧਰਮ ਨਾਲ ਜੋੜ ਕੇ ਦੇਖ ਸਕਦੇ ਹਾਂ? ਨਹੀਂ ਦੇਖ ਸਕਦੇ ਨਾ। ਤਾਂ ਫਿਰ ਇਸੇ ਕਰਕੇ ਕਿਸੇ ਮੁਗਲ ਹਾਕਮ ਵੱਲੋਂ ਕੀਤੀ ਵਿਦੇਕੀ ਨੂੰ ਇਸਲਾਮ ਤੇ ਮੁਸਲਮਾਨ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਚਲੋ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਜੋੜ ਕੇ ਨਾ ਦੇਖਿਆ ਜਾਵੇ, ਨਾ ਉਹ ਸਿੱਖ ਦੇਖਣ, ਨਾ ਹਿੰਦੂ ਦੇਖਣ, ਨਾ ਜੈਨ ਬੋਧੀ, ਕਿਉਂਕਿ ਜੈਨਾਂ ਨਾਲ ਵੀ ਉਸ ਵੇਲੇ ਬੋਧੀਆਂ ਨਾਲ ਵੀ ਧੱਕੇ ਹੁੰਦੇ ਰਹੇ ਨੇ। ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ, ਬਾਕੀ ਦੇ ਲੋਕਾਂ ਨੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕਿਉਂ ਨਹੀਂ ਕੀਤਾ? ਮੌਲਵੀਆਂ ਨੇ ਕਿੰਤੂ ਪਰੰਤੂ ਕਿਉਂ ਨਹੀਂ ਕੀਤਾ ਕਿ ਵੀ ਜੇ ਤੂੰ ਬਾਦਸ਼ਾਹ ਹੈ ਤੇ ਤੂੰ ਬਾਦਸ਼ਾਹ ਰਹਿ, ਬਾਕੀ ਲੋਕਾਂ ਨਾਲ ਅਤਿਆਚਾਰ ਕਿਉਂ ਕਰਦਾ ਹੈ? ਉਹਨਾਂ ਨੂੰ ਮੁਸਲਮਾਨ ਕਿਉਂ ਬਣਾਉਣਾ? ਦੇਖੋ ਜਦੋਂ ਸੁਣੋ ਗੱਲ, ਪਹਿਲੀ ਤਾਂ ਗੱਲ ਹੈ ਵੀ ਮੁਸਲਮਾਨ ਬਣਦਾ ਹੀ ਨਹੀਂ ਹੈਗਾ ਧੱਕੇ ਨਾਲ, ਕਿਉਂਕਿ ਇਸਲਾਮ ਦਾ ਫੈਸਲਾ ਹੈ। ਪਰ ਜਿਹੜੇ ਡਰ ਦੇ ਵਿੱਚ ਬਣਨਗੇ ਉਹਨਾਂ ਨੂੰ ਤਾਂ ਬਣਨਾ ਹੀ ਪੈਣਾ। ਨਹੀਂ ਨਹੀਂ, ਕਿਵੇਂ ਬਣਨਾ ਪਊਗਾ? ਤੁਸੀਂ ਮੈਂ ਤੁਹਾਡੇ ਕੋਲੇ ਆਇਆ, ਸਮਝ ਲਓ ਤੁਸੀਂ ਮੇਰੇ ਗਨ ਰੱਖਤੀ ਇੱਥੇ ਵੀ ਮੁਸਲਮਾਨ ਬਣ ਜਾ, ਤੇ ਮੈਂ ਚਲਿਆ ਗਿਆ, ਫਿਰ ਮੈਂ ਮੁਸਲਮਾਨ ਤਾਂ ਰਿਹਾ ਹੀ ਨਹੀਂ। ਪਰ ਜਿਹਦਾ ਪਹਿਰਾਵਾ ਪਵਾਤਾ, ਪਹਿਰਾਵਾ ਨਾਲ ਮੁਸਲਮਾਨ ਨਹੀਂ ਬਣਦਾ ਹੈਗਾ। ਖਤਰੇ ਕਰਨ ਨਾਲ ਮੁਸਲਮਾਨ ਨਹੀਂ ਬਣਦਾ ਹੈਗਾ। ਜੇ ਖਤਰੇ ਵੀ ਕਰਦੇ ਤੁਸੀਂ ਕਹਿੰਦੇ ਹੋ, ਮੁਸਲਮਾਨ ਦਾ ਦਿਲ ਦਾ ਨਾਮ ਹੈ। ਜਹਾਂਗੀਰ, ਔਰੰਗਜ਼ੇਬ ਮੁਸਲਮਾਨ ਨਹੀਂ ਸੀਗੇ? ਮੇਰੀ ਗੱਲ ਸਮਝੋ ਵੀ ਜਿਹੜਾ ਬੰਦਾ, ਫਿਰ ਜੇ ਉਹਨਾਂ ਨੇ ਅੰਦਰੋਂ ਨਹੀਂ ਧਾਰਿਆ, ਉਹਨਾਂ ਨੇ ਕੁਰਾਨ ਹੀ ਨਹੀਂ ਪੜ੍ਹੀ,
ਉਹਨਾਂ ਨੇ ਜੇ ਹੱਜ ਹੀ ਨਹੀਂ ਕੀਤਾ ਫਿਰ ਉਹ ਕਿਵੇਂ ਮੁਸਲਮਾਨ ਦੇਖੋ ਮੇਰੀ ਗੱਲ ਸਮਝ ਲਓ, ਮੇਰੀ ਗੱਲ ਮੈਂ ਜਿਹੜੀ ਗੱਲ ਕਰਦੇ ਜਿਹੜੇ ਲੋਕ ਮੁਸਲਮਾਨ ਬਣਾਉਣ ਦੀ ਗੱਲ ਆਪਾਂ ਕਰ ਰਹੇ ਹਾਂ ਨਾ, ਮੁਸਲਮਾਨ ਨੂੰ ਧੱਕੇ ਨਾਲ ਬਣਾਇਆ ਹੀ ਨਹੀਂ ਜਾ ਸਕਦਾ। ਇਹ ਇਸਲਾਮ ਦੇ ਕਟਰ ਫੈਸਲਾ ਹੈ। ਹੂੰ ਕੁਰਾਨ ਨੇ ਇੱਕ ਫੈਸਲਾ ਦਿੱਤਾ। ਦੇਖੋ ਨਾ ਮੈਂ ਕੋਈ ਅਥਾਰਟੀ ਹੈ, ਨਾ ਔਰੰਗਜ਼ੇਬ ਅਥਾਰਟੀ ਹੈ, ਨਾ ਕੋਈ ਮੌਲਵੀ ਅਥਾਰਟੀ ਹੈ। ਦੇਖੋ ਕਾਜ਼ੀ ਕੋਈ ਅਥਾਰਟੀ ਨਹੀਂ ਹੁੰਦਾ, ਕਾਜ਼ੀ ਮਤਲਬ ਜੱਜ। ਅਸਲ ਅਥਾਰਟੀ ਹੁੰਦਾ ਸੰਵਿਧਾਨ। ਅਗਰ ਜੱਜ ਸੰਵਿਧਾਨ ਦੇ ਮੁਤਾਬਕ ਫੈਸਲਾ ਕਰਦਾ ਹੈ ਤਾਂ ਜੱਜ ਸਾਡੇ ਵਾਸਤੇ ਆਨਰੇਬਲ ਹੈ। ਅਗਰ ਉਹ ਸੰਵਿਧਾਨ ਦੇ ਖਿਲਾਫ ਕਰਦਾ ਤੁਸੀਂ ਕੀ ਕਹੋਗੇ? ਕੀ ਕਹਾਂਗੇ ਆਪਾਂ ਨੂੰ? ਵਿਗਿਆ ਨਾ, ਗਲਤ ਕੀਤਾ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਅਗਰ ਜਦੋਂ ਕੋਈ ਕਾਜ਼ੀ ਹੈ ਚਾਹੇ ਉਹ ਹਾਕਮ ਹੈ, ਜਦ ਕੁਰਾਨ ਨੇ ਫੈਸਲਾ ਦਿੱਤਾ ਵੀ ਤੁਸੀਂ ਧੱਕੇ ਨਾਲ ਮੁਸਲਮਾਨ ਨਹੀਂ ਬਣਾ ਸਕਦੇ, ਇੱਕ ਨਹੀਂ ਤੁਸੀਂ ਜਾਂ ਪਹਿਲਾਂ ਵਾਲੇ ਇਤਿਹਾਸਕਾਰ ਕਹਿ ਦੇਣ ਕਿ ਵੀ ਔਰੰਗਜ਼ੇਬ, ਜਹਾਂਗੀਰ, ਵਜ਼ੀਰ ਖਾਨ ਇਹ ਕਾਫਿਰ ਸੀਗੇ, ਇਹਨਾਂ ਨੇ ਸਹੀ ਤਰੀਕੇ ਨਾਲ ਇਸਲਾਮ ਦਾ ਪ੍ਰਚਾਰ ਨਹੀਂ ਕੀਤਾ, ਇਹਨਾਂ ਨੇ ਅਤਿਆਚਾਰ ਕੀਤਾ। ਉਹ ਕਹਿੰਦੇ ਨੇ ਉਹ ਤਾਂ ਜੀ ਗੱਲ ਕੀ ਦੇਖੋ ਉਹ ਕਹਿੰਦੇ ਨੇ, ਤੁਸੀਂ ਕਹਿੰਦੇ ਨਹੀਂ। ਮੈਂ ਵੀ ਕਹਿੰਦਾ ਜਿਹੜਾ ਬੰਦਾ ਇਸਲਾਮੀ ਸਿੱਖਿਆਵਾਂ ਨੂੰ ਫਾਲੋ ਕਰਦਾ ਹੈ, ਦੇਖੋ ਮੈਂ ਕੋਈ ਅਥਾਰਟੀ ਨਹੀਂ ਹੈਗਾ, ਮੈਂ ਤਾਂ ਇੱਕ ਆਮ ਇਨਸਾਨ ਹਾਂ। ਨਹੀਂ, ਜੇ ਤੁਸੀਂ ਸਿੱਖ ਹਿੰਦੂ ਦੀ ਏਕਤਾ ਦੀ ਗੱਲ ਕਰਦੇ ਹੋ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਜੇ ਉਹਨਾਂ ਨੇ ਅਤਿਆਚਾਰ ਕੀਤਾ ਤਾਂ ਮੁਜਰਮ ਥੇ? ਮੈਂ ਕਹਿਣਾ ਅਕਸਰ ਕਹਿਣਾ ਕਾਫਿਰ ਕਿਉਂ ਨਹੀਂ ਕਹਿੰਦੇ? ਕਾਫਰ ਦਾ ਮਤਲਬ ਇਨਕਾਰ ਕਰਨਾ, ਜਿਹੜਾ ਰੱਬ ਨੂੰ ਇਨਕਾਰ ਕਰਦਾ ਹੈ। ਕਾਫਰ ਕਿਸੇ ਨੂੰ ਨਹੀਂ ਕਿਹਾ ਜਾ ਸਕਦਾ। ਪਰ ਫਿਰ ਉਹ ਤਾਂ ਰੱਬ ਨੂੰ ਮੰਨ ਨਹੀਂ ਰਹੇ ਸੀਗੇ ਉਸ ਵੇਲੇ। ਦੇਖੋ ਜਿਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿੰਦੇ ਇੱਕ ਅਲੱਗ ਚੀਜ਼ ਹੈ। ਇਹ ਕਾਫਰ ਦਾ ਇਸ਼ੂ ਹੈ, ਆਪਾਂ ਇਹਦੇ ਬਾਰੇ ਅਲੱਗ ਕਰਾਂਗੇ। ਕਾਫਰ ਦਾ ਮਤਲਬ ਹੁੰਦਾ ਹੈ, ਮੈਂ ਤੁਹਾਨੂੰ ਦੱਸਦਾ ਡਿਕਸ਼ਨਰੀ 'ਚ ਅਕਸਰ ਸਵਾਲ ਉੱਠਦੇ ਨੇ, ਮੈਂ ਪਿਛਲੇ ਵਾਰੀ ਕੀਤੀ ਸੀ। ਦੇਖ ਆਪਾਂ ਕਾਫਰ ਦਾ ਡਿਕਸ਼ਨਰੀ 'ਚ ਮੈਂ ਨਹੀਂ ਦੇਖੀਏ ਛੁਪਾਉਣ ਵਾਲਾ, ਪਰਦਾ ਪਾਉਣ ਵਾਲਾ। ਪਰ ਉਹਨਾਂ ਨੇ ਛੁਪਾਇਆ, ਜਿਹੜਾ ਜ਼ੁਲਮ ਹੋ ਰਿਹਾ ਸੀਗਾ ਹਿੰਦੂਆਂ ਦੇ ਉੱਤੇ ਉਹ ਛੁਪਾ ਰਹੇ ਸੀ। ਪਛੇ ਪੁੱਛਣ ਵਾਲਾ ਤੇ ਇਨਕਾਰ ਕਰਨ ਵਾਲਾ। ਤੇ ਮੈਂ ਤਾਂ ਇਹ ਕਹੂੰਗਾ ਵੀ ਜੇ ਮੈਨੇ ਨਹੀਂ ਕੁਰਾਨ ਦੀ ਸਿੱਖਿਆਵਾਂ ਨੂੰ ਸਾਹਮਣੇ ਕੀਤਾ ਤਾਂ ਮੈਂ ਵੀ ਕਾਫਰ ਹਾਂ। ਮੈਂ ਵੀ ਕਾਫਰ ਕਾ ਜੇ ਮੈਂ ਸਿੱਖਿਆਵਾਂ ਸੱਚਾਈ ਨੂੰ ਲੈ ਕੇ ਨਹੀਂ ਹੁੰਦਾ। ਨਾਲ ਉਹ ਕੁਰਾਨ ਦੇ ਹਿਸਾਬ ਨਾਲ ਚੱਲ ਰਹੇ ਸੀਗੇ। ਜੋ ਜ਼ੁਲਮ ਹੋ ਰਿਹਾ ਸੀਗਾ, ਜ਼ੁਲਮ ਇਸਲਾਮ ਦੇ ਖਿਲਾਫ ਹੈ, ਕੁਰਾਨ ਦੇ ਖਿਲਾਫ ਹੈ ਜ਼ੁਲਮ। ਇਹ ਤੁਸੀਂ ਫੈਸਲਾ ਕਰੋ। ਮੈਂ ਕਿਉਂਕਿ ਮੈਂ ਅਥਾਰਟੀ ਨਹੀਂ ਹੈਗਾ। ਜਿਹੜਾ ਬੰਦਾ ਵੀ ਚਾਹੇ ਕੋਈ ਉਹ ਇੰਡੀਆ ਦਾ ਨਹੀਂ, ਅਗਰ ਮੱਕੇ ਦਾ ਆਲਮ ਵੀ ਹੈ, ਅਗਰ ਉਹ ਜ਼ੁਲਮ ਕਰਦਾ ਹੈ ਤਾਂ ਜ਼ਾਲਮ ਹੈ। ਇਸਲਾਮ 'ਚ ਸਭ ਤੋਂ ਬੜਾ ਪਾਪ ਹੈ ਜ਼ੁਲਮ ਕਰਨਾ। ਜਿਹੜੀ ਕਿ ਜ਼ੁਲਮ ਕਰਨਾ, ਕਿਸੇ ਨੂੰ ਕਤਲ ਕਰਨ ਨਾਲੋਂ ਬੜਾ ਜ਼ੁਲਮ ਹੈ। ਜਹਾਂਗੀਰ ਨੇ ਤਾਂ ਆਪਣੀ ਕਿਤਾਬ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਹੀਂ ਕਿਹਾ। ਉਹਨੇ ਤਾਂ ਕਿਹਾ ਕਿ ਇਸ ਤਰੀਕੇ ਦੇ ਨਾਲ ਆਪਾਂ ਪਖੰਡ ਦੇਖੋ ਜਿਹੜੀ ਜਹਾਂਗੀਰ ਦੀ ਕਿਤਾਬ ਹੈ ਨਾ, ਉਹਦੇ ਬਾਰੇ ਤੁਜ਼ਕੇ ਜਹਾਂਗੀਰੀ ਜਿਹੜੀ ਮੈਂ ਉਹਦੇ ਰਿਸਰਚ ਕੀਤੀ ਹੈ, ਜਿੰਨੀ ਮੈਨੂੰ ਪਤਾ ਹੈ, ਉਹ ਜਹਾਂਗੀਰ ਤੋਂ 98 ਸਾਲ ਬਾਅਦ ਲਿਖੀ, ਉਹਦੀ ਮੌਤ ਤੋਂ। ਹਾਦੀ ਨੇ ਲਿਖੀ ਸੀ। ਉਹਦੇ 'ਚ ਆਦਿਲ ਲਿਖਿਆ ਹੋਇਆ ਜਹਾਂਗੀਰ ਨੂੰ। ਸੁਣੋ, ਉਹ 10ਵੇਂ ਗ੍ਰੰਥ 'ਚ ਲਿਖਿਆ ਹੋਇਆ ਆਦਿਲ, ਉਹ 'ਚ ਨਹੀਂ ਲਿਖਿਆ ਹੋਇਆ 10। ਕਿਉਂਕਿ ਆਪਣੇ ਆਪ ਨੂੰ ਆਦਿਲ ਕਿਵੇਂ ਕਹਿ ਦੂਗਾ ਉਹ ਜਹਾਂਗੀਰ? ਆਦਿਲ ਤਾਂ ਖੁਦ ਨਹੀਂ। ਜਿਹੜਾ ਜਹਾਂਗੀਰ ਆਦਿਲ ਮਰ ਗਿਆ, ਇਹ 10ਵੇਂ ਗ੍ਰੰਥ 'ਚ ਹੈ। ਤੁਸੀਂ ਮੰਨਦੇ ਹੋ ਆਦਿਲ ਜਹਾਂਗੀਰ ਨੂੰ? ਮੈਂ ਕਿਉਂ ਮੰਨੂਗਾ? ਮੇਰੇ ਮੰਨ ਰਿਹਾ ਨਾ ਮੰਨਣਾ ਕੋਈ ਫਰਕ ਨਹੀਂ ਪੈਂਦਾ। ਦੇਖੋ ਮੈਂ ਸਾਡੇ ਵਾਸਤੇ ਕੁਰਾਨ ਕਸਵੱਟੀ ਹੈ। ਅਗਰ ਉਹਨੇ ਜ਼ੁਲਮ ਆਦਿਲ ਮੰਨ ਰਹੇ ਹੋ ਨਾ, ਤੁਸੀਂ ਕਾਫਰ ਕਹਿ ਰਹੇ ਹੋ। ਤੁਸੀਂ ਮੈਂ ਨਹੀਂ ਕਾਫਰ ਕਰਦਾ। ਕਾਫਰ ਕਰਨ ਵਾਲੇ ਇੱਕ ਆਲਿਮ ਅਥਾਰਟੀ ਹੁੰਦੀ ਹੈ ਨਾ। ਦੇਖੋ ਅਥਾਰਟੀ ਕੌਣ ਕਹੇਗਾ ਉਹਦੇ 'ਚ? ਜੇ ਸੁਣੋ ਮੇਰੀ ਗੱਲ, ਉਸ ਵੇਲੇ ਦੀਆਂ ਸੰਸਥਾਵਾਂ ਨੇ, ਤੁਹਾਡੇ ਉਸ ਵੇਲੇ ਦੇ ਲੇਖਕ ਨੇ, ਪ੍ਰਚਾਰਕ ਨੇ, ਉਹ ਕਹਿਣਗੇ। ਸੁਣੋ ਮੇਰੀ ਗੱਲ ਸੁਣੋ। ਜਦੋਂ 10ਵੇਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਕੋਰਟ, ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੂਰੀ ਜੀ, ਤਰੀਕ ਸੂਬੇ ਸਰਹੰਦ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਤੁਸੀਂ ਪੜ੍ਹੀ ਹੋਣੀ ਪੂਰੀ ਇਹ। ਜੀ। ਹਾਕਮ ਕੌਣ ਸੀ? ਸੂਬਾ ਸਰਹੰਦ। ਲੇਕਿਨ ਉਹਨੇ ਸਜ਼ਾ ਨਹੀਂ ਦਿੱਤੀ। ਕੋਈ ਦੇ ਨਹੀਂ ਸਕਦਾ, ਪ੍ਰਾਈਮ ਮਿਨਿਸਟਰ ਵੀ ਨਹੀਂ ਦੇ ਸਕਦਾ। ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹਨੇ ਆਪਣੇ ਬਣਾਏ ਹੋਏ ਕਾਜ਼ੀ ਦੀ ਅਦਾਲਤ 'ਚ ਪੇਸ਼ ਕੀਤਾ। ਤੁਸੀਂ ਇਹ ਗੱਲ ਨੂੰ ਥੋੜੀ ਫਾਲੋ ਕਰਨ ਦੀ ਕੋਸ਼ਿਸ਼ ਕਰੋ। ਅੱਜ ਵੀ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ ਜਾਂ ਅਕਾਲ ਤਖਤ ਤੇ ਪੇਸ਼ ਕਰਦੇ ਹਾਂ ਅਸੀਂ, ਹਾਲਾਂਕਿ ਉਹਨਾਂ ਪਰ ਕਬਜ਼ਾ ਕਿਸੇ ਹੋਰ ਦਾ ਹੁੰਦਾ। ਤੁਸੀਂ ਮੰਨਦੇ ਹੋ ਨਾ ਗੱਲ? ਦੇਖੋ ਇਤਿਹਾਸ ਮੈਂ ਦੱਸਿਆ, ਇਹ ਸਾਡੇ ਸਾਹਮਣੇ ਹੋ ਰਿਹਾ ਹੈ। ਸੂਬੇ ਸਰਹੰਦ ਨੇ ਕਾਜ਼ੀ ਦੀ ਅਦਾਲਤ 'ਚ ਕਿਤਾਬ ਹੈ, ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ, ਭਾਈ ਨਿਰਜਰ ਸਿੰਘ ਭਲੇਰ ਦੀ ਲਿਖੀ ਹੋਈ ਹੈ। 1965 'ਚ 66-26 ਦੀ ਕਿਤਾਬ, ਪੰਨਾ ਨੰਬਰ 37 ਤੇ ਲਿਖਿਆ ਉਹਨਾਂ ਨੇ ਵੀ ਜਦੋਂ ਕਾਜ਼ੀ ਦੀ ਅਦਾਲਤ 'ਚ ਸੂਬੇ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਤਾਂ ਸੂਬੇ ਸਰਹੰਦ ਨੇ ਕਿਹਾ ਵੀ ਇਹਨਾਂ ਨੂੰ ਗੁਰੂ ਸਾਹਿਬਾਂ ਦੇ ਬੱਚਿਆਂ ਨੂੰ ਇਸਲਾਮੀ ਸ਼ਰਅ ਅਨੁਸਾਰ ਸ਼ਰੀਅਤ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ। ਤਾਂ ਨਿਰਜਰ ਸਿੰਘ ਭਲੇਰ ਨੇ ਲਿਖਿਆ ਹੈ, ਹਜ਼ੂਰ, ਮੈਂ ਉਹਨਾਂ ਦੇ ਲਫ਼ਜ਼ ਕੋਡ ਕਰ ਰਿਹਾ ਕਿਤਾਬ ਦੇ, ਇੰਨੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜ਼ੁਲਮ ਹੈ ਹੀ ਨਹੀਂ, ਇਸਲਾਮੀ ਸ਼ਰਅ 'ਚ ਕੋਈ ਸਜ਼ਾ ਤਜਵੀਜ਼ ਨਹੀਂ ਕੀਤੀ ਗਈ, ਕਾਜ਼ੀ ਦਾ ਫੈਸਲਾ ਸੀ। ਤੇ ਉਸ ਦੇ ਬਾਵਜੂਦ ਵੀ ਅਗਰ ਹੁਣ ਸੂਬਾ ਸਰਹੰਦ ਦਿੰਦਾ ਹੈ, ਤੁਸੀਂ ਇਸਲਾਮ ਦਾ ਕੀ ਦੋਸ਼ ਹੈ? ਤੁਸੀਂ ਮੈਂ ਤੁਹਾਡੇ ਨਾਲ ਗੱਲ ਕਰਦਾ, ਉਹਨੇ ਸਰਾਤ ਦਾ ਫੈਸਲਾ। ਇੱਥੇ ਗੱਲ ਕਲੀਅਰ ਹੀ ਹੋ ਜਾਣੀ ਹੈ ਨਾ ਜੀ। ਜੇ ਇਸਲਾਮ ਨੇ ਕੋਈ ਸਜ਼ਾ ਨਹੀਂ ਦਿੱਤੀ, ਇਸਲਾਮ ਕਹਿੰਦਾ ਵੀ ਹੈ ਕਿ ਬੱਚੇ ਦੇ ਉੱਤੇ 7-9 ਸਾਲ ਮਹਿਲਾਵਾਂ ਦੇ ਉੱਤੇ ਜ਼ੁਲਮ ਨਹੀਂ ਕਰਨਾ। ਨਹੀਂ, ਜ਼ੁਲਮ ਤੋਂ ਬਾਅਦ ਦੀ ਗੱਲ ਹੈ। 7-9 ਸਾਲ ਦੇ ਬੱਚੇ ਤੇ ਸ਼ਰਅ ਲਾਗੂ ਹੀ ਨਹੀਂ ਹੁੰਦੀ। ਕਾਜ਼ੀ ਨੇ ਮਨਾ ਕਰਤਾ ਕਿ ਇਹ ਚੀਜ਼ਾਂ ਹੈ ਨਹੀਂ। ਫਿਰ ਉਹਨਾਂ ਨੂੰ ਬਾਕੀ ਦੇ ਨੇ ਹੋਣ ਵਾਲੀ ਸੰਸਥਾਵਾਂ ਨੇ ਕਾਫਰ ਕਿਉਂ ਨਹੀਂ ਕਿਹਾ? ਫਿਰ ਜਿਹੜੇ ਗਲਤ ਕੀਤਾ ਉਹ ਕਾਫਰ, ਜ਼ਾਲਮ ਹੈ। ਮੈਂ ਕਹਿੰਦਾ ਜ਼ਾਲਮ ਤਾਂ ਕਾਫਰ ਨਾਲੋਂ ਬੜਾ ਹੈ। ਤੁਸੀਂ ਗੱਲ ਨੂੰ ਸਮਝਦੇ ਨਹੀਂ, ਕਾਫਰ ਤੇ ਅੜ ਗਿਆ। ਜਿਹੜਾ ਜ਼ਾਲਮ ਹੈ ਉਹ ਤਾਂ ਕਾਫਰ ਨਾਲੋਂ ਬੜਾ ਹੈ, ਬੁਰਾ ਹੈ। ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਜਿਹੜਾ ਜ਼ੁਲਮ ਕਰਦਾ ਹੈ ਉਹ ਇਸਲਾਮ 'ਚ ਸਭ ਤੋਂ ਵੱਡਾ ਪਾਪ ਹੈ। ਠੀਕ ਹੈ ਨਹੀਂ? ਤੁਸੀਂ ਕਾਫਰ ਦੇ ਖੜੇ ਹੋ। ਕਾਫਰ ਤਾਂ ਇੱਕ ਕਾਫਰ ਹੈ, ਉਹ ਅੱਛੇ ਕੰਮ ਕਰ ਰਿਹਾ, ਕੋਈ ਨਹੀਂ। ਜਿਹੜਾ ਜ਼ੁਲਮ ਕਰਦਾ ਉਹ ਜ਼ਾਲਮ ਹੈ। ਤੁਸੀਂ ਕਾਫਰ ਸਮਝੋ ਨਾ, ਕਾਫਰ ਇੱਕ ਅਸਲ ਇੱਕ ਗਾਲੀ ਬਣਾ ਦਿੱਤਾ ਗਿਆ।
ਕਾਫਰ ਦਾ ਮਤਲਬ ਇਸ ਤਰ੍ਹਾਂ ਨਹੀਂ ਹੈ ਜਿਵੇਂ ਅੱਜ ਪ੍ਰਚਾਰਿਆ ਜਾਂਦਾ, ਆਪਾਂ ਥੋੜੀ ਬਹੁਤ ਅੱਛਾ ਸ਼ਬਦ ਹੈ, ਆਪਾਂ ਫਿਰ ਇੰਟਰਵਿਊ ਕਰਾਂਗੇ। ਕਾਫਰ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਜਿਹਨੂੰ ਗਾਲੀ ਬਣਾ ਦਿੱਤਾ ਗਿਆ, ਲੇਕਿਨ ਕਹਿੰਦਾ ਕਾਫਰ 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 ਹੈ ਨਾ। ਸਾਡੇ 'ਚ ਵੀ ਕਿਹਾ ਜਾਂਦਾ, ਮੈਂ ਕਿਸ ਤਰ੍ਹਾਂ ਵੀ ਥੋੜੀ ਗੱਲ ਵੀ ਫਤਵਾ ਲਾਤਾ ਕਾਫਰ ਦਾ ਮਤਲਬ ਮੈਨੂੰ ਪਤਾ ਹੈ ਕੀ ਹੈ। ਕਾਫਰ ਦਾ ਮਤਲਬ ਇਨਕਾਰ ਕਰਨ ਵਾਲਾ, ਜਿਹੜਾ ਕਿਸੇ ਗੱਲ ਨੂੰ ਉਹਦਾ ਇਨਕਾਰ ਕਰਦਾ, ਉਹ ਤਾਂ ਮੈਂ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ। ਮੈਂ ਕਹਿਣਾ ਹੁਣ ਅਥੀਸਟ ਨੇ ਜੀ, ਉਹ ਕਹਿੰਦੇ ਅਸੀਂ ਰੱਬ ਨੂੰ ਨਹੀਂ ਮੰਨਦੇ, ਆਪਾਂ ਨੂੰ ਕਾਫਰ ਕਹਿ ਦਾਂਗੇ, ਠੀਕ ਹੈ ਨੀ, ਰੱਬ ਦਾ ਇਨਕਾਰ ਕਰਦੇ। ਲੇਕਿਨ ਰੱਬ ਕਾਫਰ ਨੂੰ ਕਾਲੀ ਬਣਾ ਕੇ ਨਾ ਇੱਕ ਬਹੁਤ ਨਫ਼ਰਤ ਦੀ ਚੀਜ਼ ਬਣਾ ਦਿੱਤਾ ਗਿਆ। ਅਜਿਹਾ ਨਹੀਂ ਹੈ ਜਿਹੜਾ ਰੱਬ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਉਂਦਾ ਹੈ, ਉਹਨੂੰ ਅਸੀਂ ਮੁਸ਼ਰਿਕ ਕਰਦੇ ਹਾਂ, ਸ਼ਰੀਕ ਬਣਾਉਣ ਵਾਲਾ, ਭਾਈਵਾਲ ਬਣਾਉਣ ਵਾਲਾ। ਲੇਕਿਨ ਹਰ ਬੰਦੇ ਨੂੰ ਕਾਫਰ ਕਹਿ ਕੇ ਇੱਕ ਅਲੱਗ ਨੈਰੇਟਿਵ ਸਿਰਜ ਦਿੱਤਾ ਗਿਆ। ਮਤਲਬ ਕਾਫਰ ਨਹੀਂ ਕਹਿਣਾ ਚਾਹੀਦਾ, ਉਹਨਾਂ ਨੂੰ ਜ਼ਾਲਮ ਕਹੀਏ। ਜਿਸ ਵੇਲੇ ਭਾਵੇਂ ਜਹਾਂਗੀਰ ਸੀਗਾ, ਭਾਵੇਂ ਉਸ ਤੋਂ ਬਾਅਦ ਵਜ਼ੀਰ ਖਾਨ, ਸੂਬਾ ਸਰਹੰਦ, ਜ਼ਾਲਮ ਦਾ ਬੜਾ ਸ਼ਬਦ ਹੈ ਨਾ। ਦੇਖੋ ਮੇਰੀ ਗੱਲ ਸਮਝ ਲਓ, ਮੈਂ ਇੱਕ ਵਕੀਲ ਹਾਂ, ਮੈਂ ਅਗਰ ਵਕੀਲਤ ਨੂੰ ਧੱਬਾ ਲਾ ਰਿਹਾ, ਵਕੀਲ ਤਾਂ ਮੈਂ ਰਹੂੰਗਾ ਹੀ ਨਾ। ਤੁਸੀਂ ਇਹ ਤਾਂ ਨਹੀਂ ਕਹਿੰਦੇ ਤੂੰ ਵਕੀਲ ਨਹੀਂ ਹੈਗਾ, ਮੈਂ ਜ਼ਾਲਮ ਹਾਂ, ਕਰਪਸ਼ਨ ਕਰ ਰਿਹਾ। ਇਸ ਲਈ ਉਹਨੇ ਇੱਕ ਧਰਮ ਕਬੂਲ ਕਰ ਲਿਆ, ਉਹਨਾਂ ਦਾ ਮਾਮਲਾ ਹੈ, ਠੀਕ ਹੈ, ਮੈਂ ਉਹਦੇ ਬਾਰੇ ਕੁਝ ਨਹੀਂ ਫਤਵਾ ਲਾ ਸਕਦਾ। ਲੇਕਿਨ ਉਹਨੇ ਜਿਹੜਾ ਕੰਮ ਕੀਤਾ ਉਹ ਉਸ ਤੋਂ ਬੜਾ ਜ਼ੁਲਮ ਹੈ, ਕਿਉਂਕਿ ਕੁਰਾਨ ਦਾ ਇੱਕ ਸਪਸ਼ਟ ਫੈਸਲਾ ਹੈ। ਮੈਂ ਤੁਹਾਨੂੰ ਦੱਸਿਆ ਵੀ ਇਸਲਾਮ 'ਚ ਸਭ ਤੋਂ ਵੱਡਾ ਜਿਹੜਾ ਪਾਪ ਹੈ ਉਹ ਰੱਬ ਦਾ ਕਿਸੇ ਨੂੰ ਭਾਗੀ ਬਣਾਉਣਾ ਹੈ। ਸਿੱਖੀ 'ਚ ਵੀ ਹੈ, ਗੁਰੂ ਸਾਹਿਬ ਨੇ ਵੀ ਕਿਹਾ ਹੈ 10ਵੇਂ ਗ੍ਰੰਥ ਅੰਗ 112 ਤੇ, ਜੋ ਹਮਕੋ ਪਰਮੇਸ਼ਰ ਉਜਰਾ ਹੈ ਤੇ ਸਭ ਨਰਕ ਕੁੰਡ ਮੇ ਪਰ ਹੈ, ਜਿਹੜਾ ਮੈਨੂੰ ਪਰਮੇਸ਼ਰ ਕਹੂਗਾ ਉਹਨਾਂ ਨੂੰ ਜਾਊਗਾ। ਇਸਲਾਮ 'ਚ ਵੀ ਇਹੀ ਹੈ। ਉਸ ਤੋਂ ਬਾਅਦ ਜਿਹੜੇ ਸਭ ਤੋਂ ਵੱਡੇ ਗੁਨਾਹ ਨੇ ਉਹਨਾਂ ਵਿੱਚੋਂ ਇੱਕ ਨਿਰਦੋਸ਼ ਦੀ ਹੱਤਿਆ ਕਰਨੀ ਹੈ। ਜਿਹੜੀਆਂ ਆਪਾਂ ਇਤਿਹਾਸ ਦੇ ਮੁਤਾਬਕ ਨਿਰਦੋਸ਼ ਸੀਗੇ, ਛੋਟੇ ਸਾਹਿਬਜ਼ਾਦੇ ਵੀ ਨਿਰਦੋਸ਼ ਤੇ, ਨਿਰਦੋਸ਼ਾਂ ਨੂੰ ਸ਼ਹੀਦ ਕੀਤਾ ਗਿਆ, ਜਿਹਦੇ 'ਚ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ, ਸਾਰਾ ਪਰਿਵਾਰ ਨਿਰਦੋਸ਼ ਹੋ ਗਏ। ਨਿਰਦੋਸ਼ ਬਾਰੇ ਕੀ ਲੱਗਦਾ ਕਿ ਵੀ ਇਹ ਸੂਬਾ ਸਰਹੰਦ ਸਾਰੇ ਉੱਥੇ ਗਏ? ਫਿਰ ਮੈਂ ਤੁਹਾਨੂੰ ਦੱਸਦਾ ਕੁਰਾਨ ਕੀ ਕਹਿੰਦਾ, ਮੈਂ ਤੁਹਾਨੂੰ ਦੱਸਦਾ ਕਿ ਮੈਂ ਤਾਂ ਤੁਹਾਡੇ ਸਾਹਮਣੇ ਫੈਸਲਾ ਤੁਸੀਂ ਕਰਨਾ ਹੈ ਜਾਂ ਸੰਗਤ ਨੇ ਕਰਨਾ ਹੈ। ਕੁਰਾਨ ਸ਼ਰੀਫ ਤੁਸੀਂ ਕਿਉਂ ਨਹੀਂ ਮੰਨਦੇ ਵੀ ਇਹ ਗਏ ਕਿੱਥੇ ਨੇ? ਕਿਉਂਕਿ ਤੁਸੀਂ ਸੋਚਦੇ ਹੋਣਗੇ ਮੈਂ ਕਿਹਦੇ ਬਾਰੇ ਕੀ ਕਹਿ ਸਕਦਾ ਜਿਹੜਾ ਪਤਾ ਚੱਲਿਆ ਗਿਆ, ਕਿਉਂਕਿ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈ। ਜੇ ਅੱਜ ਦੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਕਿਹਾ ਜਦੋਂ 84 ਆ, 84 ਨਾ ਬਖਸ਼ਣਯੋਗ ਨਾ ਭੁੱਲਣਯੋਗ, ਜੇ ਅੱਜ ਦੇ 84 ਨੂੰ ਕਹਿੰਦੇ ਆ, ਜੇ ਉਸ ਵੇਲੇ ਉਹ ਵੀ ਜ਼ੁਲਮ ਹੈ। ਜੇ ਕੋਈ ਅੱਜ ਦੇ ਦਿਨ ਦੇ ਵਿੱਚ ਟਾਈਮ ਦੇ ਵਿੱਚ ਮਰਦਾ ਤੇ ਕਈ ਸਿੱਖ ਸੰਗਤ ਉਹ ਕਹਿੰਦੀ ਆ ਕਿ ਵੀ ਚੱਲ ਚੰਗਾ ਹੋਇਆ ਨਰਕਾਂ ਨੂੰ ਗਿਆ, ਫਿਰ ਤੁਹਾਡੀਆਂ ਭਾਵਨਾਵਾਂ ਨਹੀਂ ਆਉਂਦੀਆਂ ਕਿ ਵੀ ਚਲੋ ਚੰਗਾ ਹੋਇਆ ਕਿ ਵੀ ਗਿਆ ਨਰਕਾਂ ਨੂੰ? ਨਹੀਂ, ਹੁਣ ਆਪਾਂ ਨੂੰ ਪਤਾ ਨਹੀਂ ਨਰਕ 'ਚ ਗਿਆ, ਸਵਰਗ 'ਚ ਗਿਆ, ਕੋਈ ਕਿਸੇ ਬੰਦੇ ਬਾਰੇ ਆਪਾਂ ਕੀ ਐਸਾ ਕਹਿ ਸਕਦੇ ਹਾਂ। ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਜਿਹੜਾ ਮੇਰੇ ਹੱਥ 'ਚ ਮੈਂ ਕਹਿ ਸਕਦਾ, ਦੇਖੋ ਕੁਰਾਨ ਸ਼ਰੀਫ 'ਚ ਮੈਂ ਤੁਹਾਨੂੰ ਦੱਸ ਰਿਹਾ, ਚੈਪਟਰ 1 ਅਲ ਮਾਇਦਾ ਆਇਤ ਨੰਬਰ 32, ਇੱਕ ਕਾਨੂੰਨ ਹੈ, ਇੱਕ ਅਟੱਲ ਕਾਨੂੰਨ ਹੈ, ਜਿਹਨੂੰ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਥੋੜੀ ਗੱਲ ਤੁਹਾਨੂੰ ਵਧੀਆ ਕੀਤਾ ਸਵਾਲ ਕਰ ਲਿਆ। ਇਸਲਾਮ ਜਿਹੜੀ ਵਰਨਕ ਸਿੱਖਿਆਵਾਂ ਨੇ ਕੁਰਾਨ ਦੀਆਂ, ਉਹਨੂੰ ਸਾਰੀ ਦੁਨੀਆ ਦੇ ਮੌਲਵੀ, ਸਾਰੀ ਦੁਨੀਆ ਦੇ ਮੁਸਲਮਾਨ ਹਾਕਮ ਮਿਲ ਕੇ ਵੀ ਇੱਕ ਸਿੱਖਿਆ ਦਾ ਪਤਾ ਨਹੀਂ ਬਹੁਤ ਦੂਰੀ ਦਾ ਸ਼ਬਦ, ਇੱਕ ਜ਼ਬਰ ਜ਼ੇਰ ਜਿਹਨੂੰ ਸਿਹਾਰੀ ਬਿਹਾਰੀ ਨਹੀਂ ਬਦਲ ਸਕਦੇ, ਇੱਕ ਅਟੱਲ ਫੈਸਲਾ ਹੈ, ਠੀਕ ਹੈ ਨੀ। ਹੁਣ ਉਹ ਕਰਦਾ ਹੈ, ਉਹਦਾ ਫੇਲ ਹੈ। ਹੁਣ ਉਹਦੇ ਇੱਕ ਕਾਨੂੰਨ ਹੈ 232 ਨੰਬਰ, ਅੰਨਾਹੂ ਮਨ ਕਤਲਾ ਨਫਸਨ ਬਿਗੈਰੀ ਨਫਸਿਨ ਔ ਫਸਾਦਿਨ ਫਿਲ ਅਰਦੀ ਫਕਾਨਮਾ ਕਤਲ ਨਸਾ ਜਮੀਆ। ਇਹਦਾ ਮਤਲਬ ਹੀ ਮੈਂ ਦੱਸਦਾ, ਜਿਸਨੇ ਕਿਸੇ ਨਿਰਦੋਸ਼ ਇਨਸਾਨ ਦੀ ਹੱਤਿਆ ਕੀਤੀ, ਜਿਸਨੇ ਕਿਸੇ ਨਿਰਦੋਸ਼ ਇਨਸਾਨ ਦੀ ਹੱਤਿਆ, ਇਨਸਾਨ ਕਿਹਾ, ਮੁਸਲਮਾਨ ਨਹੀਂ ਕਿਹਾ, ਉਹਨੇ ਸਾਰੀ ਇਨਸਾਨੀ ਦੀ ਹੱਤਿਆ ਕਰਤੀ, ਕਿੱਡਾ ਬੜਾ ਜ਼ੁਲਮ ਹੋ ਗਿਆ। ਹੁਣ ਸਾਹਿਬ ਦੇ ਨਿਰਦੋਸ਼ थे, ਮਾਤਾ ਜੀ ਵੀ ਨਿਰਦੋਸ਼ थे, ਫਿਰ ਉਹ ਸਾਰੀ ਇਨਸਾਨੀ ਦੇ ਹਥਿਆਰਾ ਹੋ ਗਿਆ। ਉਹ ਸਾਰੀ ਇਨਸਾਨੀਅਤ ਦਾ ਇੱਕ ਉਹਨਾਂ ਦਾ ਨਹੀਂ, ਸਾਰੀ ਇਨਸਾਨੀਅਤ ਦਾ ਇਸਲਾਮ ਦਾ ਫੈਸਲਾ ਹੈ। ਮੰਨੇ ਨਾ ਮੰਨੇ ਉਹ ਤਾਂ ਪਰ ਹੈ, ਮੇਰੇ ਕੋਲ ਕੋਈ ਐਸੀ ਚੀਜ਼ ਨਹੀਂ ਮੈਂ ਉਹਨੂੰ ਧੱਕੇ ਨਾਲ ਮਨਾ ਲਵਾਂ ਜਾਂ ਮੈਂ ਇਹਨੂੰ ਕਹਿ ਦੇਵਾਂ। ਮੈਂ ਤਾਂ ਇੱਕ ਉਹ ਦੱਸ ਰਿਹਾ, ਮੈਂ ਤੁਹਾਡੇ ਕੋਲ ਨਾ ਕੋਈ ਅਥਾਰਟੀ ਆ, ਨਾ ਮੈਂ ਕੋਈ ਜੱਜ ਆ, ਨਾ ਕਾਜ਼ੀ ਆ। ਮੈਂ ਇੱਕ ਪੜ੍ਹਿਆ, ਉਹ ਥੋੜ੍ਹਾ ਤੁਹਾਨੂੰ ਦੱਸਦਾ ਵੀ ਇਸਲਾਮ ਦਾ ਫੈਸਲਾ ਹੈ। ਜੇ ਕੋਈ ਕਰਦਾ ਹੈ ਤਾਂ ਮੁਜਰਮ ਹੈ, ਮੰਨਦਾ ਤਾਂ ਉਹ ਸੱਚਾ ਮੁਸਲਮਾਨ ਹੈ। ਜਿਹੜਾ ਮੰਨਦਾ ਸੱਚਾ ਮੁਸਲਮਾਨ ਉਹ ਹੈ। ਸਿੱਖੀ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਜਿਹੜਾ ਮੰਨਦਾ ਹੈ, ਦੇਖੋ ਮੈਂ ਪਹਿਲਾਂ ਵੀ ਕਿਹਾ, ਇਸਲਾਮ 'ਚ ਸ਼ਰਾਬ ਪੀਣਾ ਔਰ ਵਿਆਜ ਕਰਨਾ ਹਰਾਮ ਹੈ, ਪਰ ਜਹਾਂਗੀਰ ਪੀਂਦਾ ਰਿਹਾ। ਮੈਂ ਸੁਣਦਾ ਰਹੋ, ਉਹਦੀ ਗੱਲ ਮੈਂ ਅੱਜ ਦੀ ਗੱਲ ਕਰਦਾ, ਉਹ ਤਾਂ ਮੈਨੂੰ ਪਤਾ ਨਹੀਂ ਹੈ। ਬਹੁਤ ਸਾਰੇ ਉਸ ਵੇਲੇ ਨਹੀਂ ਦਾ ਪਤਾ ਤੁਹਾਨੂੰ ਕਿ ਹਰਾਮ ਸੀ ਕਿ ਨਹੀਂ ਸੀ? ਉਹ ਤਾਂ ਸ਼ੁਰੂ ਤੋਂ 14 ਸਾਲ ਤੋਂ ਹਰਾਮ ਹੋ ਤਾਂ ਮੈਂ ਦੱਸਿਆ। ਫਿਰ ਉਹਨਾਂ ਨੂੰ ਫਿਰ ਵੀ ਕਈ ਮੁਸਲਮਾਨ ਜਿਹੜੇ ਸੀਗੇ ਉਹਨਾਂ ਨੂੰ ਕਿਉਂ ਬਾਦਸ਼ਾਹ ਮੰਨਦੇ ਸੀਗੇ? ਬਾਦਸ਼ਾਹ ਮੇਰੇ ਤੁਹਾਡੇ ਮੰਨਣ ਨਾਲ ਮੇਰੇ ਬੰਦੇ ਨਾਲ ਬਾਦਸ਼ਾਹ ਨਹੀਂ ਹੋਊਗਾ। ਉਹ ਤਾਂ ਇੱਕ ਹਾਕਮ ਸੀਗਾ ਜਿਹੜਾ ਧੱਕੇ ਨਾਲ ਗੱਦੀ ਤੇ ਬੈਠ ਗਿਆ, ਉਹ ਤਾਂ ਹਾਕਮ ਹੈ ਨਾ। ਅੱਜ ਵੀ ਸਾਡੇ ਜਿਹੜੇ ਪੰਜਾਬ 'ਚ ਆ ਇੰਡੀਆ ਦੇ ਹਾਕਮ ਨੇ, ਅਸੀਂ ਉਹਨਾਂ ਨੂੰ ਇਹ ਤਾਂ ਨਹੀਂ, ਦੇਖੋ ਮੈਨੇ ਵੋਟ ਪਾਇਆ ਕਿਸੇ ਨੂੰ ਨਹੀਂ ਪਾਇਆ, ਸਮਝ ਲਓ, ਮੈਨੇ ਬੀਜੇਪੀ ਨੂੰ ਵੋਟ ਨਹੀਂ ਪਾਇਆ, ਮੋਦੀ ਨੂੰ ਵੋਟ, ਤਾਂ ਮੈਨੂੰ ਜੇ ਸਵਾਲ ਆਊਗਾ ਮੈਂ ਇਹਦਾ ਨਹੀਂ ਲਿਖ ਸਕਦਾ ਵੀ ਉਹ ਪ੍ਰਧਾਨ ਮੰਤਰੀ ਨਹੀਂ ਹੈਗੇ ਇੰਡੀਆ ਦੇ, ਮੈਨੂੰ ਲਿਖਣਾ ਪਊਗਾ ਨਾ। ਮੈਂ ਤੁਹਾਨੂੰ ਪੁੱਛਦਾ, ਤੁਸੀਂ ਕਿਸੇ ਪਾਰਟੀ ਦੇ ਖਿਲਾਫ ਹੋ, ਉਹਨਾਂ ਦਾ ਮੁੱਖ ਮੰਤਰੀ ਬਣ ਗਿਆ, ਅਗਰ ਸਵਾਲ ਆਉਂਦਾ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ, ਤੁਸੀਂ ਕਹੋਗੇ ਮੈਂ ਨਹੀਂ ਮੰਨਦਾ। ਪਰ ਉਸ ਵੇਲੇ ਕਈ ਹਾਂ ਦਾ ਨਾਰਾ ਮਾਰਨ ਵਾਲੇ ਵੀ ਸੀਗੇ, ਜਿਹੜੇ ਉੱਠਣ ਵਾਲੇ ਸੀਗੇ ਕਿ ਜਿਨ੍ਹਾਂ ਦੇ ਵਿੱਚ ਹਿੰਮਤ ਸੀਗੀ ਕਿ ਵੀ ਅਸੀਂ ਇਸ ਜ਼ੁਲਮ ਦਾ ਟੱਕਰ ਕਰ ਸਕਦੇ ਹਾਂ। ਜਿਹਦੇ ਚ ਸ਼ੇਰ ਖਾਨ ਆ ਸਕਦੇ ਨੇ, ਸ਼ੇਰ ਖਾਨ ਗਏ, ਦੇਖੋ ਮੈਂ ਸੁਣੋ ਮੇਰੀ ਗੱਲ, ਨਵੀ ਖਾਨ, ਗਣੀ ਖਾਨ, ਉਹ ਆ ਜਾਂਦੇ ਨੇ। ਤੁਸੀਂ ਮੈਨੂੰ ਹੁਣ ਦੂਸਰੇ ਰੁਖ ਤੇ ਆ ਗਏ। ਤੁਸੀਂ ਗੱਲ ਦੇਖੋ, ਅਸੀਂ ਜ਼ਿਆਦਾ ਜਾਣਦੇ ਹਾਂ ਕਿ 10ਵੇਂ ਗੁਰੂ ਸਾਹਿਬ ਜ਼ਿਆਦਾ ਜਾਣਦੇ ਨੇ। ਮੈਂ ਤੁਹਾਨੂੰ ਪੁੱਛਣਾ ਸਵਾਲ ਕਰ ਰਿਹਾ। 10ਵੇਂ ਗੁਰੂ ਸਾਹਿਬ 20 ਦਸੰਬਰ 1705 ਨੂੰ ਪਰਿਵਾਰ ਵਿਛੋੜਾ ਪੈਂਦਾ ਸਰਸਾ ਨਦੀ, ਠੀਕ ਹੈ ਜੀ।
ਗੁਰੂ ਸਾਹਿਬ ਸਰਸਾ ਨਦੀ ਤੋਂ ਚੱਲ ਕੇ 42 ਕਿਲੋਮੀਟਰ ਦੇ ਲਗਭਗ ਕਿੱਥੇ ਪਹੁੰਚਦੇ ਨੇ? ਕੋਟਲਾ ਨਿਹੰਗਾ। ਰਸਤੇ 'ਚ ਕਿੰਨੇ ਹਿੰਦੂ ਭਰਾਵਾਂ ਦੇ ਤੇ ਸਿੱਖ ਭਰਾਵਾਂ ਦੇ ਘਰ ਆਏ ਹੋਣਗੇ, ਗੁਰੂ ਸਾਹਿਬ ਕਿਉਂ ਨਹੀਂ ਰੁਕੇ? ਮੈਂ ਤੁਹਾਨੂੰ ਸਵਾਲ ਕਰ ਰਿਹਾ ਇੱਕ, ਯਾਨੀ ਕਿ ਐਸੀ ਭੀੜ ਸਮੇਂ ਕਿੱਥੇ ਰੁਕਿਆ ਜਾਂਦਾ ਹੈ? ਜਿਹਦੇ ਪਰ ਜਾਨ ਤੋਂ ਜ਼ਿਆਦਾ ਭਰੋਸਾ ਹੋਵੇ। ਆਮ ਦੋਸਤ ਕੋਲ ਨਹੀਂ, ਜਿਹਦੇ ਪਰ ਜਾਨ ਤੋਂ ਜ਼ਿਆਦਾ ਭਰੋਸਾ ਹੋਵੇ। ਤਾਂ ਗੁਰੂ ਸਾਹਿਬ ਕਿੱਥੇ ਪਹੁੰਚਦੇ ਨੇ? 42 ਕਿਲੋਮੀਟਰ। ਇਹੋ ਜਿਹੀ ਭੀੜ ਦੇ ਸਮੇਂ ਤੇ 20 ਦੀ ਸ਼ਾਮ ਨੂੰ ਪਹੁੰਚਦੇ ਨੇ, 20 ਦੀ ਰਾਤ ਨੂੰ ਗੁਰੂ ਸਾਹਿਬ ਉੱਥੇ ਰੁਕਦੇ ਨੇ, 21 ਦਾ ਪੂਰਾ ਦਿਨ ਰੁਕਦੇ ਨੇ, 21 ਦੀ ਅੱਧੀ ਰਾਤ ਰੁਕਦੇ ਨੇ। ਬਹੁਤ ਸਾਰੇ ਲੋਕ ਇਤਿਹਾਸਕਾਰ ਕਹਿੰਦੇ ਨੇ ਗੁਰੂ ਸਾਹਿਬ ਉੱਥੇ ਮੌਜੂਦ ਥੇ। ਬਹੁਤ ਸਾਰੇ ਕਹਿੰਦੇ ਨੇ 21 ਦੀ ਰਾਤ ਨੂੰ, ਅੱਧੀ ਰਾਤ ਨੂੰ ਆਲਮ ਖਾਂ ਗੁਰੂ ਸਾਹਿਬ ਨੂੰ ਦੂਸਰੇ ਰਸਤੇ ਛੱਡਣ ਜਾਂਦਾ ਹੈ ਚਮਕੌਰ ਸਾਹਿਬ ਆਤੇ, ਕਿਉਂਕਿ ਕੋਟਲਾ ਨਿਹੰਗਾ ਨੇ ਹਵੇਲੀ ਪੇਸ਼ ਕਰਤੀ ਸੀ, ਪਰ ਹਵੇਲੀ ਲੜਾਈ ਦੇ ਢੰਗ ਦੀ ਨਹੀਂ ਸੀ, ਇਸ ਕਰਕੇ ਗੁਰੂ ਸਾਹਿਬ ਨੇ ਉਦੋਂ ਚਲੇ ਗਏ। ਹੁਣ ਜਦ ਕਿਸੇ ਸੂਈਆ ਨੇ ਖਬਰ ਦਿੱਤੀ ਚੌਂਕੀ ਇੰਚਾਰਜ ਨੂੰ ਰੋਪੜ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਉਤਰੇ ਹੋਏ ਨੇ, ਤਾਂ ਅੱਧੀ ਰਾਤ ਨੂੰ ਆ ਕੇ ਜਿਹੜਾ ਚੌਂਕੀ ਇੰਚਾਰਜ ਉਹ ਹਵੇਲੀ ਘੇਰ ਲੈਂਦਾ। ਹਵੇਲੀ ਘੇਰ ਕੇ ਜਦੋਂ ਉੱਪਰੋਂ ਦੇਖਦਾ ਸੂਬਾ ਸਰਹੰਦ ਕੋਟਲਾ ਨਿਹੰਗਾ ਵੀ ਉਹ ਤਲਾਸ਼ੀ ਲੈਣ ਆਇਆ, ਉਹ ਕਿਹਾ ਮੈਂ ਤਲਾਸ਼ੀ ਲੈਣੀ ਹੈ, ਤਾਂ ਜਿੱਥੇ ਕਮਰੇ 'ਚ ਗੁਰੂ ਸਾਹਿਬ ਰੁਕੇ ਹੋਏ ਥੇ, ਜਿਸ ਕਮਰੇ 'ਚ ਜਾਂ ਰੁਕੇ ਹੋਏ ਥੇ ਜਾਂ ਚਲੇ ਗਏ ਥੇ, ਉੱਥੇ ਉਸ ਵੇਲੇ ਬਚਿੱਤਰ ਸਿੰਘ ਮੌਜੂਦ ਥੇ ਫੱਟੜ ਹਾਲਤ 'ਚ, ਜਿਹੜੇ ਕਿ ਚੱਲਣ ਫਿਰਨ ਦੇ ਲਾਇਕ ਨਹੀਂ ਸੀਗੇ। ਤੇ ਗੁਰੂ ਸਾਹਿਬ ਕਿੰਨਾ ਭਰੋਸਾ ਕੀਤਾ ਉਹਦੇ ਪਰ ਕਿ ਉਹਨਾਂ ਨੂੰ ਆਪਣੇ ਜਰਨੈਲ ਨੂੰ ਉਹਨਾਂ ਕੋਲ ਛੱਡ ਕੇ ਗਏ। ਤੇ ਜਦੋਂ ਉਹਨਾਂ ਨੇ ਦੇਖਿਆ ਵੀ ਤਲਾਸ਼ੀ ਲੈਣ ਵਾਸਤੇ ਆ ਗਏ, ਤਾਂ ਉਹ ਕੋਟਲਾ ਨਿਹੰਗਾ ਨੇ, ਉਹ ਵੀ ਮੁਸਲਮਾਨ ਸੀ, ਆਪਣੀ ਕੁਆਰੀ ਧੀ ਸਿਰਫ 16 ਸਾਲ ਦੀ ਮੁਮਤਾਜ਼ ਨੂੰ ਉਹਦੇ ਕਮਰੇ 'ਚ ਭੇਜ ਕੇ ਕੁੰਡਾ ਲਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਗੇਟ ਖੋਲਦਾ ਹਵੇਲੀ ਦਾ, ਤੁਸੀਂ ਗਏ ਹੋਵੋਗੇ, ਹਵੇਲੀ ਬਹੁਤ ਬੜੀ ਹੈ, ਹਵੇਲੀ 'ਚ 30-40 ਕਮਰੇ ਹੁੰਦੇ ਨੇ। ਸਾਡੇ ਮੇਰੇ ਕੋਲ ਨਵਾਬ ਦਾ ਹੈਗਾ, ਉਹ ਵੀ 65 ਕਮਰੇ ਨੇ, ਇੰਨੇ ਕਮਰੇ ਹੋਣਗੇ ਉੱਥੇ ਵੀ। ਤੇ ਉਹ ਜਦੋਂ ਤਲਾਸ਼ੀ ਲੈਂਦਾ ਤਾਂ ਸਾਰੇ ਕਮਰਿਆਂ ਦੀ ਉਸ ਕਮਰੇ ਦੇ ਅੱਗੇ ਆ ਖਲੋਂਦਾ ਜਿੱਥੇ ਗੁਰੂ ਸਾਹਿਬ ਠਹਿਰੇ ਹੋਏ ਤੇ, ਜਾਂ ਹੁਣ ਸਿੱਖ ਜਰਨੈਲ ਬਚਿੱਤਰ ਸਿੰਘ ਸੀਗੇ, ਤਾਂ ਉਹ ਦਰਵਾਜ਼ਾ ਬੰਦ ਹੁੰਦਾ, ਬਾਹਰੋਂ ਅੰਦਰੋਂ ਬੰਦ ਹੁੰਦਾ। ਤਾਂ ਉਹ ਚੌਂਕੀ ਇੰਚਾਰਜ ਪੁੱਛਦਾ ਵੀ ਦਰਵਾਜ਼ਾ ਕਿਉਂ ਬੰਦ ਹੈ? ਤਾਂ ਉਹ ਕਹਿੰਦਾ ਤੁਸੀਂ ਧਿਆਨ ਨਾਲ ਸ਼ਬਦਾਂ ਪਰ ਗੌਰ ਕਰਿਓ ਕਿ ਇਸ ਕਮਰੇ 'ਚ ਮੇਰੇ ਧੀ ਜਵਾਈ ਸੁੱਤੇ ਨੇ। ਓਕੇ। ਕੋਟਲਾ ਨਿਹੰਗਾ ਕਹਿੰਦਾ ਆਪਣੀ ਕੁਆਰੀ ਬੇਟੀ ਅੰਦਰ ਹੈਗਾ, ਸਰਦਾਰ ਬਚਿੱਤਰ ਸਿੰਘ ਦਾ ਹੈ ਹੀ ਅੰਦਰ, ਤੇ ਕਿਹਾ ਕਿ ਵੀ ਖੋਲ ਕੇ ਦਿਖਾਵਾਂ, ਆਵਾਜ਼ ਮਾਰਦਾ ਬੇਟਾ ਮਹਿਮਾਨ ਆਰਾਮ ਕਰ ਰਹੇ ਨੇ ਜਾਂ ਜਾਗ ਰਹੇ ਨੇ। ਤਾਂ ਅੰਦਰੋਂ ਬੱਚੀ ਦੀ ਆਵਾਜ਼ ਆਉਂਦੀ ਹੈ ਵੀ ਅੱਬੂ ਜਾਨ ਆਰਾਮ ਕਰ ਰਹੇ ਨੇ। ਉਹਨੂੰ ਹੋਰ ਯਕੀਨ ਹੋ ਗਿਆ ਚੌਂਕੀ ਇੰਚਾਰਜ ਵੀ ਲੜਕੀ ਅੰਦਰ। ਤਾਂ ਉਹ ਚੌਂਕੀ ਇੰਚਾਰਜ ਕਹਿੰਦਾ ਵੀ ਮਾਫ ਕਰਨਾ, ਬਿਆਨ ਦੇਣ ਵਾਲੇ ਨੇ, ਇਤਲਾਹ ਦੇਣ ਵਾਲੇ ਗਲਤ ਬਿਆਨੀ ਕੀਤੀ ਹੈ, ਇਹ ਕਹਿ ਕੇ ਚਲੇ ਜਾਂਦਾ ਹੈ। ਉਹ ਤੁਹਾਨੂੰ ਇੱਕ ਸਵਾਲ ਕਰਦਾ ਇਸ ਤੇ, ਤੁਹਾਨੇ ਸਵਾਲ ਬਹੁਤ ਅੱਛਾ ਕੀਤਾ ਹੈ, ਤੁਸੀਂ ਇੱਕ ਰੁਖ ਰੱਖਿਆ, ਦੂਸਰਾ ਰੁਖ ਦੇਖ ਲਓ। ਆਪਾਂ ਸਾਰੇ ਧੀਆਂ ਭੈਣਾਂ ਵਾਲੇ ਆ, ਮੈਂ ਅਕਸਰ ਕਹਿਣਾ ਹੁੰਦਾ। ਹੁਣ ਇਸ ਦ੍ਰਿਸ਼ ਨੂੰ ਆਪਣੀ ਅੱਖਾਂ ਦੇ ਸਾਹਮਣੇ ਲੈ ਕੇ ਆਓ, ਫਿਰ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ, ਇੱਕ ਗੈਰਤਮੰਦ ਤੇ ਅਣਖੀ ਪਿਤਾ ਲਈ, ਤੁਹਾਡੀ ਬੇਟੀਆਂ ਹੋਣਗੀਆਂ, ਬੀਵੀ ਹੋ, ਬੱਚੇ ਹੋਣਗੇ, ਇੱਕ ਗੈਰਤਮੰਦ ਤੇ ਅਣਖੀ ਪਿਤਾ ਲਈ ਆਪਣੀ ਜਾਨ ਦੇ ਦੇਣਾ ਸੌਖਾ ਕੰਮ ਹੋ ਸਕਦਾ ਹੈ, ਪਰ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਅ ਤੇ ਲਗਾ ਦੇਣਾ, ਉਹ ਵੀ ਦੂਜੇ ਕਿਸੇ ਧਰਮ ਦੇ ਵਿਅਕਤੀ ਦੀ। ਸੰਸਾਰ 'ਚ ਮੈਨੂੰ ਤੁਸੀਂ ਦੂਸਰੀ ਐਸੀ ਇੱਕ ਉਦਾਹਰਨ ਦਿਖਾ ਦਿਓ ਕਿ ਇੱਕ ਬਾਪ ਨੇ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਅ ਤੇ ਲਗਾ ਦਿੱਤੀ ਹੋਵੇ ਕਿਸੇ ਦੂਸਰੇ ਧਰਮ ਦੇ ਬੰਦੇ ਦੇ ਵਿਅਕਤੀ ਦੀ ਜਾਨ ਬਚਾਉਣ ਲਈ। ਹੁਣ ਦੂਸਰੀ ਗੱਲ, ਅਗਰ ਬਾਈ ਚਾਂਸ ਉਹ ਕਹਿੰਦਾ ਚੌਂਕੀ ਇੰਚਾਰਜ ਖੋਲ ਕੇ ਦਿਖਾਓ, ਇਹ ਤੁਹਾਨੂੰ ਕਿਉਂ ਲੱਗ, ਮੈਂ ਇਹਦੇ 'ਚ ਮੈਂ ਇੱਕ ਮਿੰਟ ਪੂਰੀ ਗੱਲ, ਜੇ ਕੋਈ ਸੁਣੇਗਾ ਕਟਾਸ਼ ਪੈਦਾ ਹੋਏਗੀ, ਨਹੀਂ ਕਿਉਂਕਿ ਮੈਂ ਇਹਦੇ ਤੇ ਜਵਾਬ ਸਵਾਲ ਲੈ ਲਓ ਮੇਰਾ, ਮੈਨੂੰ ਪਹਿਲਾਂ ਪੂਰੀ ਗੱਲ ਕਰ, ਮੇਰੀ ਗੱਲ ਪੂਰੀ ਹੋਣੀ। ਇੱਕ ਸਵਾਲ ਲੈ ਲਓ, ਪੂਰੀ ਕਰ ਲਿਓ ਤੁਸੀਂ। ਅਗਲੇ ਕਹਿਣਗੇ ਕਿ ਵੀ ਜੇ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਸੀਗਾ, ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਦੇ ਨੇ, ਫਿਰ ਇਹ ਕਹਿੰਦੇ ਪਿਓ ਤੇ ਧੀ ਵਾਲੀ ਗੱਲ ਵਿੱਚੋਂ ਕਿੱਥੋਂ ਆ ਜੂਗੀ ਕਿ ਵੀ ਇਸ ਤਰੀਕੇ ਦੇ ਨਾਲ ਵਿਸ਼ਵਾਸ ਕੀਤਾ ਗੁਰੂ ਸਾਹਿਬ ਨੂੰ ਆਪਣੀ ਧੀ ਦੇ ਕੋਲ ਉੱਥੇ ਬਿਠਾਇਆ। ਇਹ ਤਾਂ ਇਤਿਹਾਸ, ਕਿਉਂਕਿ ਉਹ ਤਾਂ ਤੁਸੀਂ ਵੀ ਇਤਿਹਾਸ ਦੀ ਗੱਲ ਕਰਦੇ, ਮੈਂ ਵੀ ਇਤਿਹਾਸ ਦੀ ਗੱਲ ਕਰਦਾ, ਮੈਂ ਆਪਣੇ ਕੋਲ ਦੱਸ ਰਿਹਾ ਕਰਮ ਸਿੰਘ ਦੀ ਸਟੋਰੀ। ਕਿਉਂਕਿ ਜੇ ਪੀਰ ਪੈਗੰਬਰ ਦੀ ਗੱਲ ਆ ਜਾਏਗੀ, ਕਿਉਂਕਿ ਗੁਰੂ ਸਾਹਿਬ ਤੋਂ ਉੱਥੇ ਹੈ ਨਹੀਂ ਦੇ, ਇਹ ਗੱਲ ਤੁਸੀਂ ਕਰੋ। ਦੇਖੋ ਇੱਥੇ ਤੁਸੀਂ ਇਹ ਗੱਲ ਨਹੀਂ ਕਰ ਸਕਦੇ, ਇੱਥੇ ਆਪਾਂ ਗੱਲ ਕਰਦੇ ਹਾਂ ਇੱਕ ਇਨਸਾਨੀ ਦੇ ਨਾਤੇ। ਮੈਂ ਗੱਲ ਕਰੂੰਗਾ, ਮੇਰਾ ਵਿਸ਼ਵਾਸ ਮੁਹੰਮਦ ਸਾਹਿਬ ਨਾਲ ਜੁੜਿਆ ਹੋਇਆ ਹੈ, ਗੁਰੂ ਸਾਹਿਬਾਨ ਨਾਲ ਮੈਨੂੰ ਹੁਕਮ ਹੈ ਵੀ ਇੱਜ਼ਤ ਕਰੋ, ਤੁਹਾਡਾ ਜੁੜਿਆ ਹੋਇਆ ਹੈ। ਇੱਥੇ ਆਪਾਂ ਗੱਲ ਕਰਦੇ ਹਾਂ ਦਲੀਲ ਦੀ, ਲੌਜਿਕ ਦੀ, ਠੀਕ ਹੈ ਨਹੀਂ? ਤੇ ਇਹ ਗੱਲ ਹੋਈ ਨਾ, ਇਹ ਇਤਿਹਾਸ ਦੇ ਵਿੱਚ ਲਿਖਿਆ ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਿਕ ਖੋਜ ਦਰਜ ਹੈ, ਤੇ ਇੱਕ ਸਿੱਖਾਂ ਲਈ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਇਹਦੀ ਕਿਤਾਬ 'ਚ ਵੀ ਦਰਜ ਹੈ, ਜਨਰਲ ਸੁਖਵਿੰਦਰ ਸਿੰਘ ਦੀ ਕਿਤਾਬ ਛਪੀ ਹੋਈ ਹੈ, ਹੋਰ ਵੀ ਬਹੁਤ ਸਾਰੀ ਜਗ੍ਹਾ ਮਿਲ ਜਾਣਗੀਆਂ। ਦੂਸਰੀ ਗੱਲ ਮੈਂ ਪੁੱਛਣਾ ਚਾਹੁੰਦਾ, ਇਹ ਤਾਂ ਹੋ ਗਈ ਇਤਿਹਾਸ ਦੀ ਗੱਲ। ਸਾਡੇ ਸਾਹਮਣੇ 84 ਤੋਂ ਬਾਅਦ ਦਾ ਜਿਹੜਾ ਦੌਰ ਗੁਜ਼ਰਿਆ ਪੰਜਾਬ ਦਾ, ਬੱਚੀਆਂ ਨੂੰ ਸਾਡੇ ਨੂੰ ਚੱਕ ਕੇ ਲੈ ਕੇ ਗਏ ਸੀ, ਕੀ ਹਾਲ ਕਰਦੇ ਸੀ? ਅੱਜ ਵੀ ਇੰਟਰਵਿਊ ਆ ਰਹੇ ਬੱਚੀਆਂ ਦੇ ਸਾਹਮਣੇ, ਉਹਨਾਂ ਦਾ ਕੀ ਕੀਤਾ ਜਾਂਦਾ ਸੀ? ਅਗਰ ਬਾਈ ਚਾਂਸ ਚੌਂਕੀ ਇੰਚਾਰਜ ਪੁਲਿਸ ਵਾਲਾ ਜਿਹੜੇ ਇੰਚਾਰਜ ਸੀ ਉਹ ਕਮਰਾ ਕੋਲ ਆ ਕੇ ਦੇਖ ਲੈਂਦੇ, ਕੋਟਲਾ ਨਿਹੰਗਾ ਦਾ ਕੀ ਹਾਲ ਕਰਦਾ, 16 ਸਾਲ ਦੀ ਬੱਚੀ ਦਾ ਕੀ ਹਾਲ ਕਰਦੀ ਪਹੁੰਚ। ਦੇਖੋ ਤੁਸੀਂ ਸੋਚਿਆ ਨਾ, ਇਹ ਵੀ ਤਾਂ ਮੁਸਲਮਾਨ ਹੀ ਸੀ। ਤੁਸੀਂ ਇੱਕ ਹੋਰ ਤੁਹਾਨੂੰ ਗੱਲ ਨੋਟ ਕੀਤੀ ਹੈ, ਮਾਛੀ ਉੱਥੇ ਸਰਸਾ ਨਦੀ ਤੋਂ ਪਰਿਵਾਰ ਵਿਛੋੜਾ ਹੋ ਜਾਂਦਾ, ਜਿੰਨੇ ਵੀ ਗੁਰੂ ਸਾਹਿਬ ਦੇ ਰਸਤੇ 'ਚ ਪੜਾਅ ਪੈਂਦੇ ਨੇ ਉੱਥੇ ਤੱਕ, ਹਜ਼ੂਰ ਸਾਹਿਬ ਨੰਦੇੜ ਤੱਕ, ਸਾਰੇ ਮੁਸਲਮਾਨਾਂ ਦੇ ਘਰ ਕਿਉਂ ਪੈ ਰਹੇ ਨੇ? ਮੈਂ ਕਰ ਰਿਹਾ ਵੀ ਗੁਰੂ ਸਾਹਿਬ ਨਾਲੋਂ ਜ਼ਿਆਦਾ ਜਾਣਦੇ ਹਾਂ ਅਸੀਂ, ਗੁਰੂ ਸਾਹਿਬ ਕਿਉਂ ਮੁਸਲਮਾਨਾਂ ਦੇ ਘਰ ਰੁਕ ਰਹੇ ਨੇ? ਕੋਟਲਾ ਨਿਹੰਗਾ ਦੇ ਘਰੋਂ ਨਿਕਲੇ, ਮਾਛੀਵਾੜੇ ਜੰਗ ਹੋਈ,
ਦੋਨੋਂ ਬੜੇ ਸਾਹਿਬ ਜੀ ਦੀ ਚੀਜ਼ ਹੋਏ। ਤੇ ਜਾਂਦੇ ਹੋਏ ਗੁਰੂ ਸਾਹਿਬ ਬਾਅਦ ਚ ਪਹੁੰਚਦੇ ਨੇ ਉਹਦੇ ਚ ਜਿਹੜਾ ਮਾਛੀਵਾੜਾ ਜੰਗਲ ਚ ਰਸਤੇ ਚ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਦੇ ਪਿੰਡ ਬਹਿਲੋਲਪੁਰ ਮੌਲਵੀ ਪੀਰ ਮੁਹੰਮਦ ਦੇ ਘਰ ਠਹਿਰਦੇ ਨੇ ਤੇ ਗੁਰੂ ਸਾਹਿਬ ਉੱਥੇ ਲੰਗਰ ਛਕਦੇ ਨੇ, ਰੋਟੀ ਖਾਂਦੇ ਨੇ। ਔਰ ਇਹ ਕਹਿੰਦੇ ਨੇ ਜਿਹੜੇ ਸਿੰਘ ਨਾਲ ਤੇ ਤਿੰਨ ਵੀ ਮੁਸਲਮਾਨਾਂ ਨਾਲ ਰੋਟੀ ਸਾਂਝ ਬਣਾ ਕੇ ਰੱਖਿਓ। ਹਰਿੰਦਰ ਸਿੰਘ ਯੂਕੇ ਦੇ ਲਿਖਦੇ ਨੇ ਕਿਤਾਬ 'ਚ, ਮੈਂ ਨਹੀਂ ਕਹਿ ਰਿਹਾ ਆਪਣੇ, ਮੈਂ ਆਪਣੇ ਵੱਲੋਂ ਇੱਕ ਕਿਸੇ ਨੂੰ ਡਿਫੈਂਡ ਕਰਦੇ ਨਾ। ਇਹ ਲਿਖਦੇ ਨੇ ਮੁਸਲਮਾਨਾਂ ਨਾਲ ਰੋਟੀ ਦੀ ਆਪਣੀ ਸਾਂਝ ਬਣਾ ਕੇ ਰੱਖਿਓ। ਕਿਹਨਾਂ ਨੂੰ ਕਹਿ ਰਹੇ ਥੇ? ਉਹ ਮੈਨੂੰ ਔਰ ਤੁਹਾਨੂੰ ਕਹਿ ਰਹੇ ਥੇ, ਇਹ ਹਾਲਾਤ ਨੂੰ ਕਹਿ ਰਹੇ ਥੇ। ਉਹਨੂੰ ਪਤਾ ਸੀ ਕਿਉਂਕਿ ਗੁਰੂ ਸਾਹਿਬਾਨ ਸਿੱਖ ਧਰਮ ਨੂੰ ਜਾਣ ਹੁੰਦੇ, ਉਹਨਾਂ ਦਾ ਸਾਂਝ ਬਣੀ ਹੋਈ ਸੀ, ਉਹ ਤਾਂ ਖਾ ਹੀ ਰਹੇ ਥੇ ਰੋਟੀ। ਉਸ ਤੋਂ ਪਹਿਲਾਂ ਕੋਟਰਾ ਨਿੰਗਾਂ ਦੀ ਜਿਹੜੀ ਬੇਟੇ ਦੀ ਮੰਗਣੀ ਦੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ 3 ਦਿਨ ਰਹੇ ਥੇ 1994 ਚ। ਉਹਨਾਂ ਦੀ ਸਾਂਝ ਤਾਂ ਬਣੀ ਹੋਈ ਸੀ। ਕਿਹਨਾਂ ਨੂੰ ਕਹਿ ਰਹੇ ਥੇ? 19ਵੀਂ ਔਰ 20ਵੀਂ ਸਦੀ ਦੇ ਸਿੱਖਾਂ ਨੂੰ ਕਹਿ ਰਹੇ ਬਣਾ ਕੇ ਰੱਖੀਓ। ਉਹਨਾਂ ਨੂੰ ਪਤਾ ਦਿਖਦਾ ਸੀ ਵੀ ਇਸ ਲੜਾਈਆਂ ਨੂੰ ਧਰਮ ਦੀ ਔਰ ਕੌਮ ਦੀ ਲੜਾਈਆਂ ਬਣਾ ਕੇ ਪੇਸ਼ ਕੀਤਾ ਜਾਊਗਾ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਚੱਲਦੇ ਨੇ ਉੱਥੇ ਮਾਛੀਵਾੜਾ ਜੰਗਲਾਂ 'ਚ ਪਹੁੰਚਦੇ ਨੇ। ਭਾਈ ਪੰਜਾਬਾ ਤੇ ਗੁਲਾਬਾ ਗੁਰੂ ਸਾਹਿਬ ਦੇ ਪਸੰਦ ਨੇ ਤੇ ਹੱਥ ਬੰਨ੍ਹ ਕੇ ਖੜੇ ਹੁੰਦੇ, ਥੋੜੀ ਦੇਰ ਬਾਅਦ ਵੀ ਇੱਥੋਂ ਚਲੇ ਜਾਓ ਜੇ ਫੌਜ ਦਾ ਐਲਾਨ ਹੁੰਦਾ। ਤੇ ਉਸੇ ਚੀਜ਼ ਨੂੰ, ਉਸੇ ਗੁਰੂ ਸਾਹਿਬ ਨੂੰ ਇੱਕ ਮੁਸਲਮਾਨ ਦੋ ਭਰਾ ਨਬੀ ਖਾਨ ਤੇ ਗਨੀ ਖਾਨ ਜਿਸ ਚੀਜ਼ ਤੋਂ ਗੁਰੂ ਸਾਹਿਬ ਦੇ ਸਿੱਖ ਪਸੰਦ ਪਿੱਛਾ ਛਡਾਉਣਾ ਚਾਹੁੰਦੇ ਨੇ, ਉਸੇ ਚੀਜ਼ ਨੂੰ ਆਪਣੀ ਛਾਤੀ ਨਾਲ ਲਾ ਕੇ ਆਪਣੇ ਘਰ ਲੈ ਕੇ ਜਾ ਰਹੇ ਨੇ। ਜਦ ਕਿ ਫੌਜ ਦੀ ਤਲਾਸ਼ੀ ਸ਼ੁਰੂ ਹੋ ਰਹੀ ਹੈ। ਉਹ ਮੁਸਲਮਾਨ ਨਹੀਂ ਥੇ, ਉੱਚਦੇ ਪੀਰ। ਤੇ ਮੈਨੂੰ ਤੁਹਾਨੂੰ ਸਵਾਲ ਕਰਦਾ ਵੀ ਤੁਸੀਂ ਜ਼ਿਆਦਾ ਥੋੜੀ ਗੱਲ ਮੰਨੀ ਜਾਊਗੀ, ਇਹ ਗੁਰੂ ਸਾਹਿਬ ਦੀ, ਗੁਰੂ ਸਾਹਿਬ ਆਪਣੇ ਹੱਥਾਂ ਨਾਲ ਲਿਖੇ ਦਿੰਦੇ ਨੇ ਹੁਕਮਨਾਮਾ। ਨਬੀ ਖਾਨ ਤੇ ਗਨੀ ਖਾਨ ਮੈਨੂੰ ਪੁੱਤਰਾਂ ਨੂੰ ਵੱਧ ਕੇ ਪਿਆਰੇ ਨੇ। ਮੈਂ ਉਹ ਜ਼ਿਕਰ ਕੀਤਾ, ਮੈਂ ਉਹੀ ਗੱਲ ਕਰਦਾ। ਜੇ ਇਹ ਸੀਗੇ ਉਸ ਤੋਂ ਪਹਿਲਾਂ ਜਿਹੜੇ ਕਈ ਸੀਗੇ, ਉਹਨਾਂ ਨੇ ਇਤਿਹਾਸ ਕਿਉਂ ਨਹੀਂ ਲਿਖਿਆ? ਉਹਨਾਂ ਨੇ ਇਤਿਹਾਸ ਸਾਹਮਣੇ ਕਿਉਂ ਨਹੀਂ ਰੱਖਿਆ ਕਿ ਵੀ ਸਾਡਾ ਇਹ ਕੰਮ ਹੈ ਇਤਿਹਾਸ ਲਿਖਣਾ? ਪਰ ਉਹਨਾਂ ਨੇ ਦਬਾਅ ਹੇਠ, ਦਬਾਅ ਦੇ ਨੀਚੇ ਕੰਮ ਕੀਤਾ ਜਾਂ ਤਨਖਾਹ ਲਈ ਕੰਮ ਕੀਤਾ? ਦੇਖੋ ਜਿੰਨੇ ਵੀ ਇਹ ਗੱਲ ਤੈਅ ਹੈ, ਇਹ ਤੁਸੀਂ ਇੱਕ ਲੌਜੀਕ ਹੈ, ਇਹ ਤੁਸੀਂ ਇਹਨੂੰ ਇਤਿਹਾਸ ਨਾਲ ਨਹੀਂ ਜੋੜ ਸਕਦੇ। ਜਿਹੜੇ ਇਤਿਹਾਸਕਾਰ ਹੁੰਦੇ ਨੇ ਹਮੇਸ਼ਾ ਹਾਕਮ ਦੇ ਪ੍ਰਭਾਵ ਹੇਠ ਹੁੰਦੇ ਨੇ, ਬਹੁਤ ਘੱਟ ਹੁੰਦੇ ਨੇ ਜਿਹੜੇ ਆਪਣੀ ਜਾਨ ਤੇਰੀ ਤੇ ਰੱਖ ਕੇ ਉਤਰਦੇ ਨੇ। ਵਰਨਾ ਉਹ ਇਤਿਹਾਸ ਬਦਲਿਆ ਸਾਡੇ ਸਾਹਮਣੇ ਬਦਲਿਆ, ਅੱਜ NCERT ਦਾ ਸਾਡੇ ਸਾਹਮਣੇ ਇਤਿਹਾਸ ਬਦਲਿਆ ਜਾ ਰਿਹਾ ਹੈ ਨਾ, ਤੁਹਾਡੇ ਸਾਹਮਣੇ ਹੈ ਨਾ। ਇਤਿਹਾਸ ਨੂੰ ਆਪਾਂ ਕਹਿੰਦੇ ਵੀ ਗਲਤ ਹੋ ਸਕਦਾ, ਡੰਡੀ ਮਾਰੀ ਗਈ, ਇਹ ਤਾਂ ਸਾਡੇ ਸਾਹਮਣੇ ਹੋ ਰਿਹਾ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਉੱਥੋਂ ਨਿਕਲਦੇ ਨੇ। ਕਿਰਪਾਲ ਜਿਹੜਾ ਹੈ ਗੁਰੂ ਸਾਹਿਬ ਦਾ ਮਹੰਤ ਤੋਂ ਘੋੜੀ ਮੰਗਦੇ ਨੇ ਗੁਰੂ ਸਾਹਿਬ ਤੋਂ। ਘੋੜੀ ਦੇ ਕਹਿੰਦੇ ਮੈਨੂੰ ਤੁਹਾਨੂੰ ਫਾਇਰ ਨਾ ਕਰਮ ਸਿੰਘ ਸਟੋਰੀ ਆਪਣੀ ਇਤਿਹਾਸ ਖੋਜ ਲਿਖਦਾ। ਤੇ ਉਹ ਉਸ ਤੋਂ ਬਾਅਦ ਪਹੁੰਚਦੇ ਨੇ ਰਾਏਕੋਟ। ਰਾਏਕੋਟ ਉਹ ਵੀ ਮੁਸਲਮਾਨ ਹੈ। ਇੱਕ ਦਿਨ ਨਹੀਂ 17 ਦਿਨ ਗੁਰੂ ਸਾਹਿਬ ਰੁਕਦੇ ਨੇ। ਜੇ ਹਾਕਮ ਦੂਜੇ ਪਾਸੇ ਕਰ ਰਿਹਾ ਤਾਂ ਉਹ ਵੀ ਤਾਂ ਹਾਕਮ ਹੀ ਦਾ, ਉਸੇ ਸਰਕਾਰ ਦਾ ਹਾਕਮ ਦੀ ਨਾ। 17 ਦਿਨ ਕੋਲ ਰੱਖਿਆ, ਘੋੜੀ ਦਿੱਤੀ, 100 ਰੁਪਏ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕੀਤੀਆਂ। ਤੇ ਇਹ ਵੀ ਤਾਂ ਇੱਥੇ ਤੇ ਆਪਣੀ ਉਸ ਐਸੇ ਹਾਲਾਤ 'ਚ, ਖਤਰੇ ਭਰੇ ਹਾਲਾਤ 'ਚ ਨੂਰੇ ਭਾਈ ਨੂੰ ਭੇਜਿਆ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦੇ ਦਾ ਪਤਾ ਲੈਣ ਵਾਸਤੇ। ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਜਿਹੜੀ ਸ੍ਰੀ ਸਾਹਿਬ ਸੀ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਭੇਜੀ, ਉਹਦੇ ਰਾਏਕੋਟ ਦੇ, ਜਿਹੜੀ ਅੱਜ ਉਹਦੇ ਵੰਸ਼ ਦੇ ਚਲੀ ਆ ਰਹੀ ਹੈ, ਜਿਹਦੇ 'ਤੇ ਲਿਖਿਆ ਹੋਇਆ ਪ੍ਰੇਮ ਦਾ ਸੰਦੇਸ਼, ਗੁਰੂ ਸਾਹਿਬ ਨੇ ਲਿਖਿਆ। ਤੇ ਗੁਰੂ ਸਾਹਿਬ ਦੀ ਗੱਲਾਂ ਤਾਂ ਮੈਂ ਸਾਰੇ ਇਤਿਹਾਸ ਨੂੰ ਝੂਠਾ ਕਰ ਸਕਦਾ ਮੈਂ, ਲੇਕਿਨ ਗੁਰੂ ਸਾਹਿਬ ਜਿਹੜਾ ਆਪਣੇ ਹੱਥੀਂ ਹੁਕਮਨਾਮਾ ਬਖਸ਼ਿਆ ਹੋਇਆ ਹੈ, ਨਬੀ ਖਾਨ ਤੇ ਗਨੀ ਖਾਨ ਮੈਨੂੰ ਪੁੱਤਰਾਂ ਨੂੰ ਵੱਧ ਕੇ ਪਿਆਰੇ ਨੇ। ਤੁਸੀਂ ਜਿਹੜਾ ਕਲਪਨਾ ਕਰੋ, ਜਦੋਂ ਉਹ ਹੁਕਮਨਾਮੇ ਨੂੰ ਨਬੀ ਖਾਨ ਤੇ ਗਨੀ ਖਾਨ ਆਪਣੇ ਘਰ ਲੈ ਕੇ ਜਾਂਦੇ ਨੇ, ਇੱਕ ਖਤ ਭਾਈ ਤਾਰੂ ਸਿੰਘ ਦੇ ਵਾਰਸਾਂ ਦੇ ਨਾਮ, ਜਿਹੜੀ ਸ਼੍ਰੋਮਣੀ ਕਮੇਟੀ ਤੋਂ ਕਿਤਾਬ ਛਪੀ ਹੈ। ਮੈਂ ਕਿਸੇ ਮੁਸਲਮਾਨ ਰਾਈਟਰ ਦੀ ਕਦੇ ਗੱਲ ਨਹੀਂ ਕਰੂੰਗਾ, ਤੁਸੀਂ ਕਹੋਗੇ ਵੀ ਡਿਫੈਂਡ ਕਰ ਰਿਹਾ ਹੈ ਨਾ। ਉਹ 'ਚ ਲਿਖਿਆ ਹੈ ਜਦੋਂ ਨਬੀ ਖਾਨ ਤੇ ਗਨੀ ਖਾਨ ਉਸ ਗੁਰੂ ਸਾਹਿਬ ਦੇ ਬਖਸ਼ੇ ਹੋਏ ਹੁਕਮਨਾਮੇ ਨੂੰ ਘਰ ਲੈ ਕੇ ਜਾਂਦੇ ਨੇ, ਤਾਂ ਉਹਦੀ ਨਬੀ ਖਾਨ ਦੀ ਬੇਟੀ ਹੈ 5-4 ਸਾਲ ਦੀ, ਉਹ ਪੁੱਛਦੀ ਹੈ ਵੀ ਅੱਬਾ ਜਾਨ ਤੁਹਾਡੇ ਹੱਥ 'ਚ ਕੀ ਹੈ? ਕਿ ਜੀ ਇਹ ਹੁਕਮਨਾਮਾ ਬਖਸ਼ਿਆ ਗੁਰੂ ਸਾਹਿਬ ਨੇ, ਉਹਨਾਂ ਨੇ ਸਾਨੂੰ ਆਪਣਾ ਪੁੱਤਰ ਕਿਹਾ। ਤੇ ਉਹ ਕਹਿੰਦੇ ਜੇ ਤੁਸੀਂ ਪੁੱਤਰ ਹੋ ਮੈਂ ਪੁੱਤਰੀ ਹੋਈ ਨਾ। ਉਹ ਕਹਿੰਦੇ ਬੇਟਾ ਹਾਂ ਸਹੀ ਹੈ। ਤੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਹੁਕਮਨਾਮਾ ਉਹ ਬੱਚੀ ਫੜਦੀ ਹੈ ਨਬੀ ਖਾਨ ਤੋਂ, ਤੇ ਉਹਨੂੰ ਚੁੰਮਦੀ ਹੈ, ਅੱਖਾਂ ਨੂੰ ਲਾਉਂਦੀ ਤੇ ਘੁੰਮਦੀ ਹੈ ਗੋਲ, ਕਹਿੰਦੀ ਹੈ ਮੈਂ ਪੋਤੀ, ਮੈਂ ਪੋਤੀ, ਮੈਂ ਆਬਦਾਰ ਮੋਤੀ, ਮੈਂ ਪ੍ਰੀਤ ਸੰਗ ਪ੍ਰੋਤੀ, ਮੈਂ ਜੋਤ ਸੰਗ ਜੋਤੀ, ਮੈਂ ਪੋਤੀ, ਮੈਂ ਪੋਤੀ। ਇਹ ਵੀ ਤਾਂ ਮੁਸਲਮਾਨ ਨੇ। ਮੈਂ ਨਹੀਂ ਕਹਿੰਦਾ ਵੀ ਜ਼ੁਲਮ, ਦੇਖੋ ਹਰ ਕੌਮ 'ਚ ਅੱਛੇ ਬੁਰੇ ਲੋਕ ਹੋਏ ਨੇ, ਇਤਿਹਾਸ ਗਵਾਹ ਹੈ। ਪਰ ਇਹ ਵੀ ਇਤਿਹਾਸ ਜੇ ਆਪਾਂ ਚੰਗਾ ਕਹਿ ਰਿਹਾ, ਜੇ ਬੁਰਿਆਂ ਨੂੰ ਬੁਰਾ ਕਹਿ ਦੇਣਾ ਤਾਂ ਇਹਦੇ 'ਚ ਵੀ ਤਾਂ ਕੋਈ ਮਾੜੀ ਬੁਰਾ ਕਹਿਣਾ ਚਾਹੀਦਾ, ਬਿਲਕੁਲ। ਜਿਹੜੇ ਬਾਂਡੇ ਨੇ ਮਾਨੇ, ਕਿਉਂਕਿ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ, ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀ ਕਿਸੇ ਥਾਂ। ਗੁਰਬਾਣੀ ਕਹਿੰਦੀ ਹੈ ਵੀ ਕਿਸੇ ਇੱਕ ਦੇ ਕਿਤੇ ਦੋਸ਼ 'ਚ ਤੁਸੀਂ ਦੂਜੇ ਨੂੰ ਬੁਰਾ ਨਹੀਂ ਕਹਿ ਸਕਦੇ, ਬੁਰਾ ਨਹੀਂ ਕਰ ਸਕਦੇ ਉਹਨਾਂ ਨਾਲ, ਕਿਉਂਕਿ ਕਰੇ ਕੋਈ ਪਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਹੋ ਸਕਦੀ। ਮੈਂ ਅਕਸਰ ਕਹਿੰਦਾ ਹੁੰਦਾ, ਜੇ ਹਿੰਦੂ ਭਰਾਵਾਂ ਨੂੰ ਮਾਣ ਹੈ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਯੋਗੀ ਰਾਜ ਸ਼੍ਰੀ ਕ੍ਰਿਸ਼ਨ ਜੀ ਤੇ ਰਾਵਣ ਤੇ ਕੰਸ ਵੀ ਤਾਂ ਹਿੰਦੂ ਹੋਏ ਸੀ। ਜੇ ਸਿੱਖ ਭਰਾਵਾਂ ਨੂੰ ਫਖਰ ਕਰਦੇ ਨੇ ਸਹਿਨਸ਼ੀਲਤਾ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਪ੍ਰਿਥੀ ਚੰਦ ਤੇ ਧੀਰਮਲ ਵੀ ਤਾਂ ਸਿੱਖਾਂ 'ਚ ਤੇ ਮੁਸਲਮਾਨਾਂ 'ਚ ਵੀ ਅੱਛੇ ਬੁਰੇ ਹੋਏ ਨੇ। ਇਹ ਹਾਕਮ ਨਹੀਂ ਬਖਸ਼ਦਾ। ਤੁਸੀਂ ਯਕੀਨ ਕਰੋ ਵੀ ਜਿਹੜੇ ਪ੍ਰੋਫਟ ਮੁਹੰਮਦ ਸਾਹਿਬ ਦੇ ਨਵਾਸੇ ਥੇ ਇਮਾਮ ਹੁਸੈਨ, ਮੈਂ ਅਕਸਰ ਕਹਿੰਦਾ ਇੱਕ ਕਰਬਲਾ ਉੱਥੇ ਹੋਈ ਸੀ ਤੇ ਦੂਸਰੀ ਕਰਬਲਾ ਫਤਿਹਗੜ੍ਹ ਸਾਹਿਬ ਹੋਈ ਹੈ। ਉੱਥੇ 72 ਲੋਕਾਂ ਨੂੰ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਬੱਚਾ ਸੀ 6 ਮਹੀਨਿਆਂ ਜਿਹਨੂੰ ਕਤਲ ਕੀਤਾ ਇਬਨ ਜ਼ਿਆਦ ਔਰ ਉਹਨੇ ਦੂਸਰੇ ਉਹਨੇ ਯਜ਼ੀਦ ਨੇ
ਤੇ ਹੁਣ ਤੁਸੀਂ ਕਿਹਨੂੰ ਕਹੋਗੇ ਦੋਸ਼ੀ? 72 ਬੱਚੇ 6 ਸਾਲ ਦਾ 6 ਮਹੀਨਿਆਂ ਦਾ ਹਿੰਦੂ ਮੁਸਲਮਾਨ ਜੋ ਚੰਗੇ ਬੁਰੇ ਹੋਣੇ। ਤੁਹਾਨੂੰ ਸੁਣ ਕੇ ਹੈਰਤ ਹੋਊਗੀ, ਤਵਾਰੀ ਗੁਰੂ ਖਾਲਸਾ ਪੜ੍ਹਨ ਵਿੱਚ 407 ਤੇ 8 ਤੇ ਲਿਖਦੇ ਨੇ ਗਿਆਨੀ ਗਿਆਨ ਸਿੰਘ ਮਸ਼ਹੂਰ ਵਿਦਵਾਨ ਨੇ ਕਿ ਪ੍ਰਿਥੀ ਚੰਦ ਨੇ ਸਕੇ ਤਾਏ ਨੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਜਦੋਂ ਹਲੇ ਕੁਝ ਦਿਨਾਂ ਦੇ ਦੁੱਧ ਪੀਂਦੇ ਬਾਲ ਗੁਰੂ ਥੇ 2 ਵਾਰੀ ਜ਼ਹਿਰ ਦਿੱਤੀ ਮਾਰਨ ਲਈ। ਕਿਹਨੂੰ ਕਹਾਂਗੇ ਬਰਾਉਨ ਸੀ? ਇਹ ਤਾਂ ਹਰ ਜਗ੍ਹਾ ਉਹ ਤਾਂ ਗੁਰੂ ਘਰ ਦੇ ਨਾਲ ਨਾਲ ਸੀ ਨਾ। ਨਹੀਂ ਐ ਤਾਂ ਚਲੋ ਰਾਮ ਰਾਏ ਵੀ ਔਰੰਗਜ਼ੇਬ ਦੇ ਨੇੜੇ ਚਲ ਗਏ ਸੀਗੇ, ਉਹ ਵੀ ਮੈਂ ਇਹ ਗੱਲ ਉਹ ਦੇਖੋ ਗੱਦੀਆਂ ਤੇ ਨਿਗਾਹ ਸੀ ਨਾ ਵੀ ਗੁਰਤਾ ਗੱਦੀ ਮੇਨ ਸਿੱਖ ਇਤਿਹਾਸ ਬਸ ਖਤਮ ਕਰਨਾ। ਉਹ ਗੱਦੀ ਚਾਹੇ ਕਿਸੇ ਤਰ੍ਹਾਂ ਦੀ ਵੀ ਹੋਵੇ, ਜਦੋਂ ਇਹ ਲਾਲਚ ਆਉਂਦੀ ਨਾ ਫਿਰ ਉਹਦਾ ਕੋਈ ਧਰਮ, ਕੋਈ ਉਹਦਾ ਈਮਾਨ, ਕੋਈ ਉਹਦੀ ਕੌਮ ਨਹੀਂ ਹੁੰਦੀ। ਪਰ ਸਿਜਦਾ ਤਾਂ ਨਹੀਂ ਕਰਦਾ ਕੋਈ ਅੱਜ, ਕੋਈ ਹਾਂ ਉਹ ਠੀਕ ਗੱਲ ਉਹ ਕਰੂਗਾ। ਦੇਖੋ ਸਿਜਦਾ ਗੁਰੂ ਉਹਨਾਂ ਨੂੰ ਕਰੂਗਾ ਜਿਹੜਾ ਕਰ ਰਹੇ। ਦੇਖੋ ਜਿਹੜੇ ਅੱਛੇ ਬੀਜਣਗੇ ਉਹਨੂੰ ਕਰ ਬੀਜੇ ਬਿਖ ਮੰਗੇ ਅੰਮ੍ਰਿਤ ਬਿਖ ਹੋਏ ਨੇ। ਆਓ ਜ਼ਹਿਰ ਬੀਜ ਕੇ ਅੰਮ੍ਰਿਤ ਹਾਸਲ ਕਰਨ ਦੀ ਆਸ ਰੱਖਣਾ ਇਹਦਾ ਬੇਵਕੂਫੀ ਹੈ, ਇਹ ਕੋਈ ਨਿਆਂ ਦੀ ਗੱਲ ਨਹੀਂ ਹੈ। ਜਿਨ੍ਹਾਂ ਨੇ ਅੰਮ੍ਰਿਤ ਬੀਜਿਆ ਉਹਨਾਂ ਨੂੰ ਅੱਜ ਅੰਮ੍ਰਿਤ ਮਿਲ ਰਿਹਾ, ਜਿਨ੍ਹਾਂ ਨੇ ਜ਼ਹਿਰ ਬੀਜੀ ਹੈ ਉਹਨਾਂ ਨੂੰ ਲਾਹਨਤਾਂ ਗਾਲਾਂ ਪੈ ਰਹੀਆਂ ਨੇ। ਪਰ ਜਿਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਕੋਲ ਗਏ ਗੱਲ ਕਰਨ ਲਈ ਕਿ ਹਿੰਦੂਆਂ ਨੂੰ ਇਸ ਤਰੀਕੇ ਨਾਲ ਤੁਸੀਂ ਧੱਕੇ ਨਾਲ ਕਿਉਂ ਇਸਲਾਮ ਦੇ ਖਿਲਾਫ ਹੈ, ਮੈਂ ਉੱਥੇ ਵੀ ਕਿਹਾ ਪਹਿਲਾਂ ਇੰਟਰਵਿਊ 'ਚ ਦੇਖੋ ਇਸਲਾਮ ਦੇ ਮੁਤਾਬਕ ਮੈंने 4 ਮੈਂ ਤੁਹਾਨੂੰ ਦੇ ਸਕਦਾ ਜਿਹਦੇ ਵਿੱਚ 4 ਕੁਰਾਨ ਸ਼ਰੀਫ 4 ਕਾਨੂੰਨ, ਇੱਕ ਕਾਨੂੰਨ ਹੀ ਕਾਫੀ ਹੁੰਦਾ ਹੈ। ਸੂਰਤ ਅਲ ਬਕਰਾ ਆਇਤ ਨੰਬਰ 256, ਸੂਰਤ ਯੂਨਸ ਆਇਤ ਨੰਬਰ 99, ਸੂਰਤ ਅਧਿਆਏ ਅਲ ਕਹਫ ਕਾਨੂੰਨ ਨੰਬਰ 29 ਆਇਤ ਨੰਬਰ 29, ਸੂਰਤ 109 ਆਇਤ ਨੰਬਰ 6। ਇਹਨਾਂ 'ਚ ਕਿਹਾ ਵੀ ਤੁਸੀਂ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਨਹੀਂ ਬਣਾ ਸਕਦੇ, ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਇੱਕ ਤੁਹਾਨੂੰ ਤੁਹਾਡਾ ਧਰਮ ਮੁਬਾਰਕ, ਮੈਨੂੰ ਮੇਰਾ ਧਰਮ, ਤੇਰੇ ਲਈ ਤੇਰਾ, ਮੇਰੇ ਲਈ ਮੇਰਾ, ਇਹ ਸਾਫ਼ ਕਿਹਾ ਹੈ। ਪਰ ਗੁਰੂ ਸਾਹਿਬ ਵੀ ਇਹੀ ਕਹਿਣ ਗਏ ਸੀ। ਦੇਖੋ ਜੋ ਹਾਕਮ ਕਰਦਾ, ਮੈਂ ਕਹਿੰਦਾ ਪਹਿਲੀ ਗੱਲ ਤਾਂ ਵੀ ਇਹ ਇਸਲਾਮ ਦੇ ਇੱਕ ਨਹੀਂ ਬਲਕਿ ਕਈ ਜਗ੍ਹਾ ਕਿਹਾ ਗਿਆ ਹੈ। ਮੈਂ ਤਾਂ ਇੱਥੇ ਭਰਿਆ ਪਿਆ ਵੀ ਤੁਸੀਂ ਕਿਸੇ ਨੂੰ ਇਸਲਾਮ ਧੱਕੇ ਨਾਲ ਮੁਸਲਮਾਨ ਬਣਾ ਨਹੀਂ ਸਕਦੇ, ਨਾ ਬਣਿਆ ਜਾ ਸਕਦਾ। ਭਾਈ ਮਣੀ ਸਿੰਘ ਜੀ, ਭਾਈ ਤਾਰੂ ਜੀ, ਮੈਂ ਇਨਕਾਰ ਨਹੀਂ ਕਰਦਾ। ਬੰਦ ਇਹਨਾਂ ਦੇ ਕੱਟੇ ਜਾ ਰਹੇ ਸੀਗੇ, ਉਦੋਂ ਜਲਾਦ ਵੀ ਕਈ ਰੋ ਪਏ ਸੀਗੇ ਕਿ ਵੀ ਨਹੀਂ ਇਹ ਜ਼ੁਲਮ ਦੇ, ਇਹ ਉਹ ਵੀ ਤਾਂ ਇਨਸਾਨ ਹੀ थे, ਇਨਸਾਨ ਹੀ थे। ਹਾਕਮ ਦਾ ਦੇਖੋ ਜਿਹੜਾ ਹਾਕਮ ਜਿਹੜਾ ਹੁੰਦਾ ਨਾ, ਹਾਕਮ ਦਾ ਕੋਈ ਧਰਮ ਨਹੀਂ ਹੁੰਦਾ। ਸੈਂਕੜੇ ਬੰਦੇ ਮਾਰਦਾ। ਪਹਿਲੀ ਵਰਲਡ ਵਾਰ 'ਚ ਕਿੰਨੇ ਲੋਕ ਮਰੇ, ਕਿੰਨੇ ਲੱਖ ਲੋਕ ਮਰੇ। ਦੂਸਰੀ ਵਰਲਡ ਵਾਰ 'ਚ ਕਿੰਨੇ ਮਰੇ। ਮਾਰਨ ਵਾਲੇ ਤਾਂ ਇਨਸਾਨ ਹੀ थे, ਮਰਨ ਵਾਲੇ ਵੀ ਇਨਸਾਨ थे, ਲੱਖਾਂ ਆਦਮੀ ਮਰੇ। ਜਦ ਕੋਈ ਇੱਕ ਕਿਸੇ ਧਰਮ ਦੀ ਗੱਲ ਨਹੀਂ, ਕ੍ਰਿਸਚੀਅਨਟੀ ਦੇ ਆਪਸ ਵਿੱਚ ਲੜਾਈ ਸੀ। ਤੁਸੀਂ ਚਲੋ ਆਪਾਂ ਤਾਂ ਇੱਕ ਦੂਜੇ ਧਰਮ ਦੀ ਗੱਲ ਕਰਦੇ ਹਾਂ, ਤਾਂ ਕ੍ਰਿਸਚੀਅਨ ਦੋਨੇ ਜਿਹੜੇ ਜੰਗਾਂ ਹੋਈਆਂ ਨੇ ਕ੍ਰਿਸਚੀਅਨਟੀ ਦੀਆਂ ਥੀਆਂ ਤੇ ਲੱਖਾਂ ਬੰਦੇ ਮਰੇ ਨੇ ਉਹ 'ਚ। ਇਸ ਕਰਕੇ ਉਹਦੇ ਲਈ ਇਹ ਜਿਹੜੇ ਗਾਜਰ ਮੂਲੀ ਹੁੰਦੇ ਨੇ ਇਨਸਾਨ, ਉਹਨੂੰ ਆਪਣੀ ਕੁਰਸੀ ਚਾਹੀਦੀ ਹੁੰਦੀ ਹੈ। ਵੈਸੇ ਵੀ ਅਸ਼ੋਕ ਨੇ, ਮਹਾਰਾਜਾ ਦੇ ਅਸ਼ੋਕ ਨੇ ਆਪਣੇ 100 ਭਰਾਵਾਂ ਦਾ ਕਤਲ ਕੀਤਾ ਤਖਤ ਹਾਸਲ ਲਈ, 100 ਭਰਾਵਾਂ ਦਾ। ਔਰੰਗਜ਼ੇਬ ਨੇ 3 ਭਰਾ ਮਾਰੇ। ਹਾਕਮ ਦੀ ਹਾਕਮ ਲਈ ਇਹ ਇੱਕ ਸੋਚਣਾ ਚਾਹੀਦਾ ਵੀ ਜਿਹੜਾ ਹਾਕਮ ਹੈ, ਹਾਕਮਾਂ ਨੂੰ ਛੱਡ ਕੇ ਦੱਸੋ ਤੁਸੀਂ ਇਸਲਾਮ ਦੇ ਅਸੀਂ ਕਿੱਥੇ ਲੜਾਈ ਰਹੀ ਹੈ। ਹਾਕਮਾਂ ਨੂੰ ਇੱਕ ਸਾਈਡ ਕਰ ਦਿਓ, ਮਾਈਨਸ। ਲਿਖਿਆ ਇੱਕ ਉਹਨੇ ਕਿਤਾਬ ਨੇ ਵੀ ਇਸਲਾਮ ਦੇ 2 ਰੂਪ ਨੇ, ਇੱਕ ਜਿਹਦਾ ਪ੍ਰਦਰਸ਼ਨ ਹਾਕਮ ਸ਼੍ਰੇਣੀ ਨੇ ਕੀਤਾ, ਇੱਕ ਉਹ ਲੋਕ ਜਿਹਨਾਂ ਨੂੰ ਅਸੀਂ ਸਿਜਦਾ ਕਰਦੇ ਹਾਂ, ਭਾਈ ਮਰਦਾਨਾ, ਨਬੀ ਖਾਂ, ਗਨੀ ਖਾਂ, ਸੂਫੀ ਅਮੀਰ, ਇਹ ਵੀ ਤਾਂ ਮੁਸਲਮਾਨ ਹੀ ਸੀ। 5-4 ਬੰਦਿਆਂ ਨੂੰ ਕੱਢ ਦੋ ਵਿੱਚੋਂ, ਮੈंने 65 ਬੰਦਿਆਂ ਦੇ ਹਵਾਲੇ ਦਿੱਤੇ ਨੇ ਜਿਹੜੇ ਇਸ ਗੁਰੂ ਘਰ ਨਾਲ ਜੁੜੇ ਰਹੇ, ਗੁਰੂ ਘਰ ਨਾਲ ਪ੍ਰੇਮ ਕਰਦੇ ਰਹੇ ਔਰ ਆਪਣੀਆਂ ਜਾਨਾਂ ਵਾਰਦੇ ਰਹੇ, ਦੌਲਤਾਂ ਦਾਈ ਤੋਂ ਲੈ ਕੇ ਤੇ ਅਖੀਰ ਤੱਕ ਰਹਿ ਕੱਲਾ ਤੱਕ। 65 ਬੰਦਿਆਂ ਦੇ ਮੈंने ਹਵਾਲੇ ਦਿੱਤੇ ਨੇ। ਪਰ ਜਿਨ੍ਹਾਂ ਨੂੰ ਸਿਜਦਾ ਹੁੰਦਾ ਹੈ, ਨਬੀ ਖਾਂ, ਗਣੀ ਖਾਂ, ਜਿਨ੍ਹਾਂ ਦੇ ਤੁਸੀਂ ਹੋਰ ਨਾਮ ਲਏ, ਇਹਨਾਂ ਨੂੰ ਸਿਜਦਾ ਹੁੰਦਾ। ਪਰ ਕਈਆਂ ਨੂੰ ਜਿਨ੍ਹਾਂ ਨੂੰ ਸਿੱਖ ਕੌਮ ਨਹੀਂ ਪਸੰਦ ਕਰਦੀ, ਉਹਨਾਂ ਦੀਆਂ ਕਬਰਾਂ ਤੇ ਹਜੇ ਵੀ ਕਈ ਜੁੱਤੀਆਂ ਮਾਰਦੇ ਨੇ। ਇੱਕ ਥਾਂ ਵੀ ਹੈਗੀ ਜਿੱਥੇ ਜਾ ਕੇ ਲੋਕ ਸਪੈਸ਼ਲ ਜੁੱਤੀਆਂ ਮਾਰ ਕੇ ਨੂਰਦੀਨ ਲਿਖਿਆ, ਨੂਰਦੀਨ ਦੇ। ਉਦੋਂ ਤੁਹਾਨੂੰ ਕੋਈ ਤਕਲੀਫ ਕਿਉਂ? ਤੇ ਇਹਦੇ ਵਿੱਚ ਕੀ ਹੈ? ਤੁਸੀਂ ਗੱਲ ਸਮਝ, ਸਾਡੇ ਦੇਖੋ ਇੱਕ ਸੱਚੇ ਮੁਸਲਮਾਨ ਲਈ ਜਿਹੜੀ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੀਆਂ ਗੱਲਾਂ ਸਮਝ, ਮੈਂ ਆਪਣੀ ਦੱਸਾਂ, ਕੁਰਾਨ ਸ਼ਰੀਫ 'ਚ ਕਿਹਾ ਗਿਆ ਹੈ, ਕੁਰਾਨ ਸ਼ਰੀਫ 'ਚ ਮੈਂ ਸੱਚਾ ਮੁਸਲਮਾਨ ਤਾਂ ਜਿਵੇਂ ਕੁਰਾਨ ਸ਼ਰੀਫ ਅੱਗੇ ਸਰੈਂਡਰ ਕਰਦਾ। ਮੈਨੂੰ ਕੋਈ ਗੱਲਾਂ ਨਹੀਂ ਹੋ ਸਕਦੀਆਂ, ਮੇਰੀ ਗਲਤੀ ਹੈ। ਤੁਸੀਂ ਵੀ ਸਿੱਖੋ, ਬਹੁਤ ਸਾਰੀ ਚੀਜ਼ਾਂ ਨਹੀਂ ਕਰ ਸਕਦੇ ਪੂਰੀਆਂ, ਤੁਸੀਂ ਵੀ ਨਹੀਂ ਕਰੋਗੇ, ਮੈਂ ਵੀ ਨਹੀਂ ਮੈਂ ਤਾਂ ਵੀ ਨਹੀਂ ਹੁੰਦੀ ਪੂਰੀ ਨਾ। ਕੁਰਾਨ ਸ਼ਰੀਫ ਇੱਕ ਚੈਪਟਰ ਹੈ, ਮੈਂ ਅਕਸਰ ਕਹਿਣਾ ਹੁੰਦਾ, ਸੂਰਤ ਬਨੀ ਇਸਰਾਈਲ ਆਇਤ ਨੰਬਰ 70, ਭਲਾ ਕਦ ਕਰਨਾ ਆਪਣਾ ਬਨੀ ਆਦਮ, ਮੇਰੇ ਲਈ ਕਾਫੀ ਹੈ। ਪਰਮਾਤਮਾ ਦਾ ਫਰਮਾਨ, ਅਕਾਲ ਪੁਰਖ ਦਾ, ਮੈंने ਇਨਸਾਨ ਨੂੰ ਇੱਜ਼ਤ ਵਾਲਾ ਬਣਾਇਆ ਹੈ। ਮੇਰੇ ਲਈ ਇਨਸਾਨ ਇੱਜ਼ਤ ਵਾਲਾ ਜਿਹੜਾ ਅੱਛਾ ਇਨਸਾਨ ਹੈ, ਬਸ ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ, ਮੇਰੇ ਲਈ ਕੋਈ ਨਹੀਂ। ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਮੁਸਲਮਾਨ ਇਤਿਹਾਸਕਾਰ ਤੁਹਾਡੇ ਧਿਆਨ ਦੇ ਵਿੱਚ ਜਿਹੜਾ ਤੁਹਾਨੂੰ ਚੰਗਾ ਲੱਗਦਾ ਕਿ ਵੀ ਉਹਨਾਂ ਨੇ ਜਿਹੜੀ ਚੰਗਾ ਲਿਖਿਆ? ਉਹਨਾਂ ਬਹੁਤ ਸਾਰਿਆਂ ਨੇ ਲਿਖਿਆ, ਬਹੁਤ ਸਾਰੇ। ਤੁਸੀਂ ਮੈਂ ਤਾਂ ਮੁਸਲਮਾਨ ਦੀ ਕਿਸੇ ਡਿਫੈਂਡ ਮੈਂ ਮੁਸਲਮਾਨ ਦੀ ਕਿਸੇ ਗੱਲ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ ਹੈਗਾ, ਕਿਉਂਕਿ ਇਹਨੂੰ ਵੀ ਡਿਫੈਂਡ ਕਰ ਰਿਹਾ ਸੀ, ਹਨਾ। ਨਹੀਂ, ਪੜ੍ਹਨ 'ਚ ਪਤਾ ਲੱਗ ਜਾਂਦਾ। ਜੇ ਹੁਣ ਤੁਸੀਂ ਜਹਾਂਗੀਰ ਦਾ ਜ਼ਿਕਰ ਕਰੋਗੇ, ਉਹਨਾਂ ਦੀ ਕਿਤਾਬ ਪੜ੍ਹੋਗੇ, ਜਹਾਂਗੀਰ ਦੀ ਕਿਤਾਬ ਉਹਦਾ ਪਤਾ ਲੱਗ ਹੀ ਜਾਊਗਾ ਕਿ ਵੀ ਡਿਟੈਕਟਰ ਹੈ। ਮੇਰੇ ਵਾਸਤੇ ਕੁਰਾਨ ਹੈ, ਮੇਰੇ ਵਾਸਤੇ ਕੁਰਾਨ ਦੱਸ ਦਿੰਦਾ ਵੀ ਜਿਹਨੇ ਧੱਕੇ ਨਾਲ ਕਿਸੇ ਨੂੰ ਮੁਸਲਮਾਨ ਬਣਾਇਆ ਹੈ, ਧੱਕੇ ਨਾਲ ਕਿਸੇ ਨੂੰ ਜ਼ੁਲਮ ਕੀਤਾ, ਉਹ ਜ਼ਾਲਮ ਹੈ।
ਔਰ ਜ਼ੁਲਮ ਜਿਹੜਾ ਹੈਗਾ ਉਹ ਕਤਲ ਕਰਨ ਨੂੰ ਬੜਾ ਗੁਨਾਹ ਹੈ ਇਸਲਾਮ 'ਚ, ਜਿਹੜਾ ਜ਼ੁਲਮ ਕਰਦਾ। ਤੇ ਇਸ ਕਰਕੇ ਮੇਰੇ ਲਈ ਕੁਰਾਨ ਫਾਈਨਲ ਨਹੀਂ, ਅਥਾਰਟੀ ਵੈਸੇ ਹੈ ਕੋਈ ਇਤਿਹਾਸਕਾਰ ਤੁਹਾਡੇ ਧਿਆਨ ਦੇ ਵਿੱਚ ਕਿ ਹਾਂ ਵੀ ਇਹ ਇਤਿਹਾਸਕਾਰ ਸੀਗਾ ਜਿਹੜਾ ਵਧੀਆ ਲਿਖ ਰਿਹਾ ਸੀ? ਮੋਹਸਿਨ ਫਾਨੀ ਨੇ ਲਿਖਿਆ, ਹੂੰ ਲਿਖਿਆ ਉਹਨਾਂ ਨੇ 6ਵੇਂ ਗੁਰੂ ਸਾਹਿਬ ਦੇ ਉਹਦੇ 'ਚ ਹੋਏ ਨੇ, ਉਹਨਾਂ ਨੇ ਲਿਖੇ ਸਾਰੀਆਂ ਗੱਲਾਂ। ਹੂੰ ਮੋਹਸਿਨ ਫਾਨੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਕੀਤੇ ਨੇ ਉਹਨੇ, 6ਵੇਂ ਗੁਰੂ ਸਾਹਿਬ ਦੇ ਉਹਦੇ ਦਰਬਾਰ 'ਚ ਹਾਜ਼ਰ ਹੋਏ। ਹੋਰ ਵੀ ਕਈ ਇਤਿਹਾਸਕਾਰ ਨੇ, ਉਹਨਾਂ ਦੀ ਇਸ ਵੇਲੇ ਫਾਇਦਾ ਨਹੀਂ ਕੋਈ ਗੱਲ ਕਰਦਾ। ਜੇ ਦੇਖੋ ਮੇਰੀ ਗੱਲ ਸੁਣੋ, ਜਿਹੜਾ ਸੱਚਾ ਮੁਸਲਮਾਨ ਹੈ ਉਹ ਜ਼ੁਲਮ ਨੂੰ ਜ਼ੁਲਮ ਕਹੂਗਾ, ਅਗਰ ਉਹ ਨਹੀਂ ਕਹਿੰਦਾ ਤਾਂ ਤੁਸੀਂ ਆਏ ਇਸ ਪਾਸੇ ਨੂੰ ਇਸ ਕਰਕੇ ਸੀਗੇ ਕਿ ਸਿੱਖ ਹਿੰਦੂਆਂ ਦੀ ਮੁਸਲਮਾਨਾਂ ਦੀ ਜਿਹੜੀ ਕੜੱਤਣ ਹੈ ਹਾਂ ਮੇਰੇ ਉਹ ਮੈਂ ਦੂਰ ਕਰਨੀ ਚਾਹੁੰਦਾ, ਕਿਉਂਕਿ ਤੁਸੀਂ ਕਿਤਾਬ ਲਿਖੀ, ਕਿਤਾਬ ਦੇ ਵਿੱਚ ਵੀ ਕਈ ਗੱਲਾਂ ਲਿਖੀਆਂ ਵੀ ਮੈਂ ਕੜੱਤਣ ਦੂਰ ਕਰਨਾ ਚਾਹੁੰਦਾ। ਤੁਸੀਂ ਦੇਖ ਰਹੇ ਹੋ ਕਿ ਕੜੱਤਣ ਦੂਰ ਹੋ ਗਈ ਕਦੋਂ ਤੋਂ ਲੈ ਕੇ ਅੱਜ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਸ ਪਾਸੇ? ਜੀ ਬਹੁਤ ਫਰਕ ਪਿਆ। ਦੇਖੋ ਮੇਰੀ ਗੱਲ ਸੁਣੋ, ਬਹੁਤ ਕਿਉਂਕਿ ਤੁਹਾਡੇ ਤੇ ਸਵਾਲ ਆ ਜਾਂਦੇ ਕਈ ਕਿ ਇਹ ਆ ਕੜੱਤਣ ਪਾ ਰਿਹਾ ਹੈ, ਦੂਰ ਨਹੀਂ ਕਰ ਰਿਹਾ। ਨਹੀਂ ਮੈਂ ਤਾਂ ਜੇ ਅਗਰ ਕੋਈ ਮੇਰੀ ਕੋਈ ਗਲਤੀ ਹੁੰਦੀ ਹੈ ਤਾਂ ਮੈਂ ਸਭ ਤੋਂ ਮਾਫੀ ਚਾਹੁੰਦਾ, ਕਿਉਂਕਿ ਮੈਂ ਤਾਂ ਤੁਸੀਂ ਉਸ ਚੀਜ਼ ਨੂੰ ਕੋਟ ਕਰ ਦਿਆ ਕਰੋ ਕਿ ਜੇ ਤੁਹਾਡੇ ਉੱਤੇ ਕੜੱਤਣ ਹੋ ਰਹੀ, ਤੁਹਾਡੇ ਤੇ ਸਵਾਲ ਹੋ ਰਹੇ ਕਿ ਵੀ ਮੈਂ ਤਾਂ ਫਲਾਣੇ ਬੰਦੇ ਦਾ ਇਤਿਹਾਸ ਨਹੀਂ, ਮੈंने ਕਿਹਾ ਵੀ ਹੈ, ਮੈਂ ਤੁਹਾਡੇ ਥਰੂ ਵੀ ਕਹਿਣਾ ਚਾਹੁੰਦਾ ਵੀ ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੱਕ ਸਾਡਾ ਬੋਰਡ ਹੈ, 10ਵੀਂ ਦਾ ਪੇਪਰ ਬਣਦਾ ਹੈ। ਹਾਂਜੀ 10ਵੀਂ ਦਾ ਪੇਪਰ ਬਣਾ ਕੇ ਉਹਨਾਂ ਨੇ ਭੇਜਤਾ ਸਾਰੇ ਸੈਂਟਰਾਂ 'ਚ। ਹੁਣ ਉਹਦੇ ਵਿੱਚ ਕੋਈ ਸਵਾਲ ਆਊਟ ਆਫ ਸਿਲੇਬਸ ਹੈ ਤੇ ਜਿਹੜੇ ਵਿਦਿਆਰਥੀ ਨੇ ਜਿਹੜੇ ਪ੍ਰੀਖਿਆ ਦੇ ਰਹੇ ਨੇ ਉਹ ਐਗਜ਼ਾਮਿਨਰ ਨੂੰ ਚੈਲੰਜ ਨਹੀਂ ਕਰ ਸਕਦੇ, ਕਿ ਉਹਨਾਂ ਦਾ ਕੱਢ ਕੇ ਦਿੱਤਾ ਹੈ ਨਾ। ਜੇ ਉਹਨੂੰ ਚੈਲੰਜ ਕਰਨਾ ਚਾਹੇ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਕਰਨਾ ਚਾਹੀਦਾ, ਜਿਹਨੇ ਉਹ ਸਿਲੇਬਸ ਬੋਰਡ ਪੇਪਰ ਵਜੋਂ ਆਊਟ। ਇਸੇ ਤਰ੍ਹਾਂ ਹੀ ਮੈਂ ਆਪਣੇ ਵੱਲੋਂ ਇੱਕ ਵੀ ਸ਼ਬਦ ਨਹੀਂ ਕਹਿਣ ਦੀ ਕੋਸ਼ਿਸ਼ ਕਰਦਾ। ਮੈਂ ਅਗਰ ਜੇ ਕੋਈ ਕਹਿਣਾ ਤਾਂ ਉਹ ਸਿੱਖ ਇਤਿਹਾਸਕਾਰਾਂ ਦੇ ਜਾਂ ਸਿੱਖ ਵਿਦਵਾਨਾਂ ਦੀ ਕਿਤਾਬਾਂ 'ਚੋਂ ਹੀ ਰੈਫਰੈਂਸ ਦੇ ਨਾਲ ਕਹਿਣਾ ਹੈਗਾ। ਅਗਰ ਉਹ ਕਿਸੇ ਨੂੰ ਕੋਈ ਇਤਰਾਜ਼ ਵੀ ਹੈ ਤਾਂ ਉਹਨਾਂ ਨੂੰ ਚੈਲੰਜ ਕਰੇ, ਠੀਕ ਹੈ ਨਾ। ਜੇ ਮੈਂ ਕਿਸੇ ਮੁਸਲਮਾਨ ਰਾਈਟਰ ਦੀ ਗੱਲ ਕਰਾਂ ਜਾਂ ਮੈਂ ਆਪਣੇ ਵੱਲੋਂ ਗੱਲ ਕਰਾਂ ਫਿਰ ਮੈਂ ਕਸੂਰਵਾਰ ਕਹਾਂਗਾ ਆਪਣੇ। ਸਿੱਖਾਂ 'ਚੋਂ ਕਿਹਨੂੰ ਪੜ੍ਹਦੇ ਹੋ ਜਿਹੜੇ ਇਤਿਹਾਸਕਾਰ ਜਾਂ ਸਿੱਖਾਂ ਦੇ ਵਿੱਚੋਂ ਜਾਂ ਸਿੱਖ ਸਕਾਲਰ ਨੇ ਉਹਨਾਂ ਦੇ? ਮੈਂ ਜਿਵੇਂ ਗਿਆਨੀ ਗਿਆਨ ਸਿੰਘ ਹੋ ਗਏ, ਭਾਈ ਕਾਨ ਸਿੰਘ ਨਾਭਾ ਹੋ ਗਏ ਅਤੇ ਕਰਮ ਸਿੰਘ ਹਿਸਟੋਰੀਅਨ ਹੋ ਗਏ, ਪਿਆਰਾ ਸਿੰਘ ਪਦਮ, ਤਕਰੀਬਨ ਸਾਰੇ ਮੈਂ ਕੋਸ਼ਿਸ਼ ਕਰਦਾ ਪੜ੍ਹਨ ਦੀ, ਤਾਂ ਕਿ ਵੀ ਦੇਖੋ ਮੈਂ ਅਕਸਰ ਕਹਿੰਦਾ ਹੁੰਦਾ ਵੀ ਇੱਕ ਨਫ਼ਰਤ ਦੀ ਅੱਗ ਹੈ, ਠੀਕ ਹੈ ਨਹੀਂ। ਇਹ ਤਾਂ ਤੈਅ ਬਾਤ ਸਿੱਖੀ ਵੀ ਕਹਿੰਦੀ ਇੱਕ ਰੱਬ ਦੇ ਸਾਰੇ ਬਣਾਏ ਹੋਏ ਬੰਦੇ ਆ ਅਸੀਂ, ਕਰਤਾ ਪੁਰਖ। ਉਹੀ ਸਾਰੀ ਸ਼ੁਰੂ ਮੂਲ ਮੰਤਰ ਜੀ ਆਉਂਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਹੈ, ਠੀਕ ਹੈ ਨਹੀਂ। ਅਸੀਂ ਸਾਰੇ ਉਹਦੇ ਬੰਦੇ ਆ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਪੁੱਜਿਆ, ਕੌਣ ਭਲੇ ਬੰਦੇ ਕੋ ਬੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭਾਤੀ 1349 ਹੈ ਨਾ। ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਵੋ, ਜਿਹਨੂੰ ਪ੍ਰੇਮ ਕਿਉ ਤਿਨ ਹੀ ਰੱਬ ਪਾਇਓ। ਇਹੀ ਮੇਰਾ ਮੋਟੋ ਹੈ। ਮੈਂ ਇਸ ਭੜਕਦੀ ਹੋਈ ਅੱਗ 'ਚ ਆਪਣੇ ਵੱਲੋਂ ਮੁਹੱਬਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਨਫ਼ਰਤ ਦੇ ਹਨੇਰਿਆਂ 'ਚ ਮੁਹੱਬਤ ਦਾ ਦੀਪ ਜਲਾਉਣ ਦੀ ਕੋਸ਼ਿਸ਼ ਕਰਦਾ। ਹਾਲਾਂਕਿ ਬਹੁਤ ਛੋਟਾ ਹੈ, ਮੇਰੀ ਕੋਈ ਔਕਾਤ ਨਹੀਂ ਹੈਗੀ। ਬਸ ਇਸ ਤਰ੍ਹਾਂ ਹੀ ਹੈ ਵੀ ਇੱਕ ਸੰਤ ਨੂੰ ਕਿਸੇ ਹਾਕਮ ਨੇ, ਜ਼ਾਲਮ ਨੇ ਸਜ਼ਾ ਦੇਣੀ ਸੀ, ਅੱਗ ਜਲਾਈ ਬਹੁਤ ਬੜੀ, ਉਹ ਸਿੱਟਣਾ ਸੀਗਾ। ਇੱਕ ਚਿੜੀ ਚੁੰਝ 'ਚ ਪਾਣੀ ਲਿਆ ਕੇ ਪਾ ਰਹੀ ਸੀ। ਕਿਸੇ ਨੇ ਕਿਹਾ ਵੀ ਤੇਰੀ ਚੁੰਝ ਦੇ ਪਾਣੀ ਨਾਲ ਡੁੱਬੀ ਅੱਗ ਕਿਵੇਂ ਬੁਝੂਗੀ? ਉਹ ਕਹਿੰਦੀ ਮੈਂ ਜਾਂਦੀ ਅੱਗ ਨਹੀਂ ਬੁਝਾ ਸਕਦੀ, ਲੇਕਿਨ ਅਕਾਲ ਪੁਰਖ ਦੇ ਪ੍ਰਭੂ ਦੇ ਪਰਮਾਤਮਾ ਦੇ ਦਰਬਾਰ 'ਚ ਮੇਰਾ ਨਾਮ ਅੱਗ ਬੁਝਾਉਣ ਵਾਲੇ ਲਾਉਣ ਚ ਲਿਖਿਆ। ਬਸ ਉਹੀ ਮੇਰੀ ਕੋਸ਼ਿਸ਼ ਹੈ। ਬਾਕੀ ਦਿਲ ਤਾਂ ਰੱਬ ਜਾਣਦਾ, ਤੁਹਾਡੇ ਕੋਲ ਥਰਮੋਮੀਟਰ ਨਹੀਂ ਹੈ, ਮੇਰੇ ਕੋਲ ਨਹੀਂ ਹੈ ਵੀ ਮੈਂ ਕੀ ਚਾਹੁੰਦਾ। ਮੇਰੇ ਲਈ ਇੱਕ ਸਿੱਖ ਹੋਵੇ, ਉਹ ਵੀ ਮੇਰਾ ਭਰਾ, ਇੱਕ ਹਿੰਦੂ ਹੈ, ਇੱਕ ਦਲਿਤ ਹੈ, ਮੇਰੇ ਲਈ ਭਰਾ ਨੇ, ਕਿਉਂਕਿ ਅਲ ਖਲਕ ਹੋਏ ਅਲੁੱਲਾ। ਅਗਰ ਮੈਂ ਇਸ ਜ਼ੁਬਾਨ ਤੋਂ ਕਹਿੰਦਾ, ਦਿਲੋਂ ਨਹੀਂ ਮੰਨਦਾ, ਤਾਂ ਮੈਂ ਬਹਿਰੂਪੀ ਹਾਂ ਮੇਰੇ ਲਈ, ਕਿਉਂਕਿ ਇਹ ਸਾਰੀ ਇਨਸਾਨੀਅਤ ਰੱਬ ਦਾ ਪਰਿਵਾਰ ਹੈ। ਮੈਂ ਉਸ ਰੱਬ ਦੇ ਪਰਿਵਾਰ ਦੇ ਮੈਂਬਰ ਨਾਲ ਕਿਵੇਂ ਨਫ਼ਰਤ ਕਰ ਸਕਦਾ, ਜਿਹਦੀ ਮੈਂ ਇਬਾਦਤ ਕਰਦਾ, ਜਿਹਦੇ ਲਈ ਮੈਂ ਰੋਜ਼ੇ ਰੱਖਦਾ, ਜਿਹਦੇ ਲਈ ਮੈਂ ਨਮਾਜ਼ ਪੜ੍ਹਦਾ, ਜਿਹਦੇ ਲਈ ਇੱਕ ਮੁਸਲਮਾਨ ਹੱਜ ਕਰਦਾ। ਬਿਲਕੁਲ। ਸਾਡੀ ਜਿਹੜੀ ਇਹ ਇੰਟਰਵਿਊ ਸੀਗੀ ਇਹ ਬੜੀ ਉਹ ਸਵਾਲਾਂ ਨੂੰ ਲੈ ਕੇ ਸੀਗੀ, ਤੁਸੀਂ ਸਵਾਲ ਜਵਾਬ ਵੀ ਦਿੱਤੇ। ਤੇ ਮੈਂ ਹੁਣ ਇਹ ਚਾਹਾਂਗਾ ਕਿ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ, ਤੁਸੀਂ ਲੰਗਰ ਵੀ ਲਾਉਂਦੇ ਹੋ, ਮਲੇਰਕੋਟਲਾ ਲਿਆਂਦਾ ਇੱਕ ਵੱਖਰਾ ਲੰਗਰ ਹੁੰਦਾ ਤੇ ਮੀਡੀਆ ਕਵਰੇਜ ਵੀ ਕਰਦੇ ਹੁੰਦਾ। ਅਸੀਂ ਮਠਿਆਸ ਬਣਨ ਦੀ ਕੋਸ਼ਿਸ਼, ਤੁਹਾਡੇ ਲਈ ਉਹੀ ਗੱਲ ਹੈ, ਮਠਿਆਸ ਬਣਨ ਦੀ ਕੋਸ਼ਿਸ਼ ਕਰਦੇ ਹੋ। ਉੱਥੇ ਜਾ ਕੇ ਮਹਿਸੂਸ ਕੀ ਕਰਦੇ ਹੋ ਕਿ ਵੀ ਮੈਂ ਵੈਸੇ ਇਹਨੂੰ ਉਸ ਪਾਸੇ ਨੂੰ ਨਾ ਲਿਓ, ਮੇਰਾ ਸਵਾਲ ਲੈ ਲਿਓ ਕਿ ਇਹਨੂੰ ਉਸ ਪਾਸੇ ਨੂੰ ਨਾ ਲਿਓ। ਬਹੁਤ ਜ਼ਿਆਦਾ ਮੈਂ ਜਾਣਾ, ਮੈਨੂੰ ਮੈਂ ਇਹ ਬਸ ਲਾਸਟ ਹੀ ਕਰੂੰਗਾ ਕਿ ਵੀ ਜਦੋਂ ਉੱਥੇ ਗਏ ਹੋ, ਉਹ ਜਿਹੜੇ ਆ ਸੀਗੇ ਵਜ਼ੀਰ ਖਾਨ ਜਾਂ ਔਰੰਗਜ਼ੇਬ ਜਾਂ ਹੋਰ ਜਿੰਨੇ ਸੀਗੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਇੰਨਾ ਕੁਛ ਕੀਤਾ, ਤੁਸੀਂ ਇਹ ਮਹਿਸੂਸ ਕਰਦੇ ਕਿ ਵੀ ਜੇ ਜ਼ੁਲਮ ਨਾ ਕਰਦੇ ਜੇ ਤਾਂ ਫਿਰ ਹੁੰਦਾ ਨਹੀਂ ਕੁਛ, ਤਾਂ ਨਾ ਉੱਥੇ ਲੰਗਰ ਲੱਗਣਾ ਸੀ ਸਾਡਾ, ਠੀਕ ਹੈ ਨਹੀਂ। ਤੇ ਇਹ ਹੈ ਵੀ ਅਸੀਂ ਇਹ ਸਾਬਤ ਕਰਦੇ ਹਾਂ ਵੀ ਸਾਨੂੰ ਦੁੱਖ ਉਸ ਰਹੀ। ਮੈਂ ਤਾਂ ਦੇਖੋ ਅਸੀਂ ਮੈਨੇ ਲੈਕਚਰ 'ਚ ਵੀ ਕਿਹਾ, ਆਪਣੇ ਮਾਤਾ ਗੁਜਰੀ ਕਾਲਜ ਲੈਕਚਰ ਵੀ ਇੱਕ ਕਰਬਲਾ ਉੱਥੇ ਹੋਈ ਸੀ, ਇੱਕ ਕਰਬਲਾ ਇਹ ਵੀ ਕਰਬਲਾ ਸੀ, ਇੱਥੇ ਮਾਸੂਮ ਬੱਚੇ ਉੱਥੇ ਕਤਲ ਹੋਏ ਸੀ, ਮਾਸੂਮ ਬੱਚੇ। ਇੱਕ 70 ਦੇ ਨਸ਼ੇ 'ਚ ਡੁੱਬੇ ਹੋਏ ਹਾਕਮ ਨੇ ਉੱਥੇ ਬੱਚਿਆਂ ਨੂੰ ਸ਼ਹੀਦ ਕੀਤਾ, ਇੱਕ 70 ਦੇ ਨਸ਼ੇ 'ਚ ਡੁੱਬੇ ਹੋਏ ਹਾਕਮ ਨੇ ਛੋਟੇ ਸਾਹਿਬਜ਼ਾਦੇ ਉੱਤੇ ਸ਼ਹੀਦ ਕੀਤਾ। ਬਿਲਕੁਲ। ਬਸ ਮੈਂ ਵੀ 7 ਸੰਦੂਕਾਂ 'ਚ ਭਰ ਕੇ ਦਫਨ ਕਰ ਦਿਓ ਨਫ਼ਰਤਾਂ। ਅੱਜ ਇਨਸਾਨ ਨੂੰ, ਅੱਜ ਪੰਜਾਬ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ। ਕੀ ਬਾਤ ਹੈ, ਬਹੁਤ ਸ਼ੁਕਰੀਆ। ਮੁਹੱਬਤ ਦੀ ਜ਼ਰੂਰਤ ਹੈ, ਪਰ ਕਹਿੰਦੇ ਜਿਹੜੇ ਜ਼ਖਮ ਨੇ ਉਹ ਹੱਲੇ ਰਹਿੰਦੇ ਆ। ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ, ਬਹੁਤ ਸ਼ੁਕਰੀਆ।